ਵਿਜ਼ਨ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਚਰਚਾ 3 ਖੇਤੀ ਕਾਨੂੰਨਾਂ ਦੀ, ਰਿਪੀਲ ਦੀ, ਕਾਨੂੰਨ ਵਾਪਸ ਲੈਣ ਦੀ, ਕਾਨੂੰਨ ਰੱਦ ਹੋਣ ਦੀ। ਜੀ ਹਾਂ, ਭਾਰਤ ਦੇ ਪ੍ਰਧਾਨ ਮੰਤਰੀ ਨੇ ਜਦੋਂ ਰਾਸ਼ਟਰ ਦੇ ਨਾਲ ਸੰਬੋਧਨ ਹੋ ਕੇ ਗੱਲ ਕਹੀ ਕਿ ਅਸੀਂ ਕਾਨੂੰਨ ਰਿਪੀਲ ਕਰਦੇ ਹਾਂ, ਇਹਨਾਂ ਨੂੰ ਵਾਪਸ ਲੈਂਦੇ, ਇਸੇ ਮਹੀਨੇ ਦੇ ਅਖੀਰ ਦੇ ਵਿੱਚ ਸੰਸਦ 'ਚ ਲਿਆ ਕੇ ਇਹਨਾਂ ਨੂੰ ਰੱਦ ਕਰ ਦਿਆਂਗੇ। ਸੋ ਉਸ ਤੋਂ ਬਾਅਦ ਅੰਦੋਲਨ ਵੱਲ ਨੂੰ ਸਾਰੀਆਂ ਧਿਰਾਂ ਤੱਕਣ ਲੱਗੀਆਂ, ਰਾਜਨੀਤਿਕ ਧਿਰਾਂ ਵੀ, ਸਮਾਜਿਕ ਧਿਰਾਂ ਵੀ, ਸੰਗਠਨ ਵੀ, ਇੱਕਦਮ ਆਮਦ ਵੀ ਵਧੀ, ਮੀਡੀਆ ਦੀ ਆਮਦ ਵੀ ਵਧੀ। ਪਰ ਉੱਥੇ ਉਸੇ ਤਰ੍ਹਾਂ ਸਬਰ ਅਤੇ ਸ਼ਾਂਤੀ ਵਰਤਾਈ ਜਾ ਰਹੀ ਹੈ, ਉਸੇ ਤਰ੍ਹਾਂ ਠਹਿਰਾਵ ਆ। ਉਹ ਕਹਿੰਦੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਜਿੱਥੇ ਲਿਆ ਕੇ ਪਾਸ ਕੀਤੇ ਸੀ ਉੱਥੇ ਹੀ ਲਿਆ ਕੇ ਰੱਦ ਨਹੀਂ ਹੁੰਦੇ, ਤਦ ਤੱਕ ਜਾਣ ਦੀ ਕੋਈ ਕਾਹਲ ਨਹੀਂ। ਜਿਹੜਾ ਇਹ ਟਰਮ ਹੈ, ਉਸ ਤੋਂ ਬਾਅਦ ਵਾਲੇ ਜਿਹੜੇ ਮਸਲੇ ਖੜ੍ਹੇ ਨੇ ਅੰਦੋਲਨ 'ਚ, ਉੱਥੇ ਪਹੁੰਚਣ ਤੋਂ ਬਾਅਦ ਜੋ ਮਸਲੇ ਆਏ ਨੇ, ਉਹਨਾਂ ਦੀ ਵਾਪਸੀ ਦੇ ਮੁੱਦੇ ਨੇ। ਉਹ ਸਾਰੇ ਪਹਿਲੂ ਅਤੇ ਵਾਪਸੀ ਕਿਸ ਰੂਪ 'ਚ ਹੋਣੀ ਚਾਹੀਦੀ ਹੈ, ਅਗਲਾ ਰਾਜਨੀਤਿਕ ਰੂਪ ਕੀ ਹੋਣਾ ਚਾਹੀਦਾ, ਜੇ ਜਾਣਾ ਉਸ ਪਾਸੇ ਨੂੰ ਤਾਂ ਕਿਸ ਤਰੀਕੇ ਨਾਲ ਜਾਣਾ ਚਾਹੀਦਾ, ਇਹ ਸਾਰੇ ਪਹਿਲੂ ਵਿਚਾਰਨ ਦੇ ਅਧੀਨ ਨੇ। ਸੋ ਉਹਨਾਂ ਵਿਚਾਰਾਂ ਕਰਨ ਲਈ ਅਸੀਂ ਸੀਨੀਅਰ ਪੱਤਰਕਾਰ ਸਰਜੀਤ ਧਾਲੀਵਾਲ ਭਾਜੀ ਨੂੰ ਸੱਦਾ ਦਿੱਤਾ। ਭਾਜੀ ਸਵਾਗਤ ਕਰਦੇ ਜੀ। ਭਾਜੀ, ਪਹਿਲਾਂ ਤਾਂ ਇਸ ਇਤਿਹਾਸਕ ਕਦਮ ਨੂੰ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਪੰਜਾਬ ਦੀ ਇੱਕ ਬਣੀ ਹੋਈ ਹੈ, ਚਾਹੇ ਹੁਣ ਹਰਿਆਣਾ ਵੀ ਉਸ ਸਮੇਂ ਸਾਂਝਾ ਪੰਜਾਬ ਇਹ ਸੀ, ਅੱਜ ਵੀ ਹੁਣ ਇਕੱਠਾ ਹੀ ਹੋ ਗਿਆ ਮੁੜ ਕੇ। ਸੋ ਉਹ ਜਿਹੜੀ ਬਣੀ ਹੋਈ ਹੈ ਕਿ ਭਾਈ ਇਹ ਹਾਰਦੇ ਨਹੀਂ ਗੇ, ਇਹ ਕੌਮ ਹਾਰਦੀ ਨਹੀਂ ਗੀ, ਇਹ ਲੜਨ ਵਾਲੀ ਜਿੱਤਣ ਵਾਲੀ ਕੌਮ ਹੈ, ਉਸ ਇਤਿਹਾਸ ਨੂੰ ਮੁੜ ਕੇ ਅਸੀਂ ਉੱਥੇ ਲਿਆ ਕੇ ਖਲੋਇਆ, ਉਸ ਨੂੰ ਕਿਵੇਂ ਦੇਖਦੇ? ਦੇਖੋ, ਜਦੋਂ ਵੀ ਇਤਿਹਾਸ ਲਿਖਿਆ ਜਾਏਗਾ ਤਾਂ ਇਹ ਕਿਸਾਨ ਅੰਦੋਲਨ ਦਾ ਜਿਹੜਾ ਬਹੁਤ ਵੱਡਾ ਜ਼ਿਕਰ ਹੋਏਗਾ। ਵੈਸੇ ਤਾਂ ਕਿਸਾਨੀ ਪਗੜੀ ਸੰਭਾਲ ਜੱਟਾ ਜਾਂ ਹੋਰ ਵੀ ਜਿਹੜੀਆਂ ਮੂਵਮੈਂਟਾਂ ਚੱਲੀਆਂ ਹੈਗੀਆਂ ਨੇ, ਸਰ ਛੋਟੂ ਰਾਮ ਦੀ ਜੋ ਕੰਟਰੀਬਿਊਸ਼ਨ ਹੈ ਉਹਦਾ ਜ਼ਿਕਰ ਹੁਣ ਤੱਕ ਆਉਂਦੇ ਰਹਿੰਦਾ ਹੈ। ਚਾਚਾ ਅਜੀਤ ਸਿੰਘ ਦਾ ਜ਼ਿਕਰ ਆਉਂਦਾ ਹੈ, ਸਰ ਛੋਟੂ ਰਾਮ ਦਾ ਜ਼ਿਕਰ ਆਉਂਦਾ ਹੈ, ਹੋਰ ਵੀ ਬਹੁਤ ਸਾਰੇ ਕਿਸਾਨ ਜਿਹੜੇ ਨੇਤਾ ਹੋਏ ਨੇ ਉਹਨਾਂ ਦਾ ਜ਼ਿਕਰ ਆਉਂਦਾ ਹੈ। ਪਰ ਜਿਹੜਾ ਮੌਜੂਦਾ ਯੁੱਗ ਹੈਗਾ, ਜਿਹੜਾ ਅੱਜ ਦਾ ਇਤਿਹਾਸ ਆ, ਉਹਦੇ ਵਿੱਚ ਇਹ ਕਿਸਾਨਾਂ ਦਾ ਜਿਹੜਾ ਇਹ ਕਿਸਾਨ ਨੇਤਾ ਸੀ, ਇਹਨਾਂ ਦਾ ਇੱਕ ਵੱਖਰੇ ਢੰਗ, ਵੱਖਰੇ ਅੰਦਾਜ਼ ਵਿੱਚ ਲਿਖਿਆ ਜਾਏਗਾ। ਸਾਰਾ ਕੁਛ ਜਿਹੜਾ ਇਤਿਹਾਸ ਲਿਖਿਆ ਜਾਏਗਾ, ਕਿਉਂ ਲਿਖਿਆ ਜਾਏਗਾ ਉਹ ਵੱਖਰਾ ਕਿਉਂ? ਹੁਣ ਆਜ਼ਾਦ ਮੁਲਕ ਹੈਗਾ, ਉਦੋਂ ਗੁਲਾਮ ਸੀਗਾ, ਉਦੋਂ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਸੀਗਾ। ਹੁਣ ਸਾਡੀ ਜਿਹੜੀ ਆਪਣੀ ਚੁਣੀ ਹੋਈ ਗੌਰਮੈਂਟ ਹੈ, ਉਹਦੇ ਖਿਲਾਫ ਸੰਘਰਸ਼ ਹੋਇਆ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਵੋਟਾਂ ਪੈ ਜਾਣੀਆਂ, ਉਹਦੇ ਨਾਲ ਸਰਕਾਰ ਬਣ ਜਾਣੀ, ਮੈਜੋਰਟੀ ਆ ਜਾਣੀ ਅਤੇ ਸਰਕਾਰ ਬਣਾ ਲੈਣੀ, ਉਹ ਕਾਫੀ ਨਹੀਂ। ਲੋਕਾਂ ਦੀ ਪਾਵਰ ਵੀ ਇੱਕ ਕੋਈ ਚੀਜ਼ ਹੈ, ਇਕੱਲੀ ਸਰਕਾਰ ਬਣ ਜਾਣੀ ਕੋਈ ਕਾਫੀ ਨਹੀਂ। ਹਾਂ, ਉਹ ਪਾਵਰ ਨਹੀਂ, ਪਾਵਰ ਲੋਕਾਂ ਕੋਲ ਹੀ ਹੈ। ਮਤਲਬ ਵੀ ਜਿਹੜਾ ਲੋਕਤੰਤਰ ਆ, ਉਹਦੇ ਵਿੱਚ ਪਾਵਰ ਫਿਰ ਵੀ ਅਲਟੀਮੇਟਲੀ ਲੋਕਾਂ ਕੋਲ ਹੀ ਸਟੇ ਕਰਦੇ। ਇਹ ਇਸ ਅੰਦੋਲਨ ਨੇ ਸਾਬਤ ਕਰਤਾ ਹੈ ਨਾ। ਚੁਣੀ ਹੋਈ ਸਰਕਾਰ ਸੀ, ਉਹਨਾਂ ਨੂੰ ਜਿਹੜੇ ਲੋਕਾਂ ਦੀ ਗੱਲ ਅਖੀਰ ਨੂੰ ਮੰਨਣੀ ਪਈ ਅਤੇ ਰੀਪੀਲ ਕਰਨੇ ਪਏ। ਪਹਿਲੀ ਗੱਲ ਤਾਂ ਇਹਦਾ ਇੱਕ ਇਹ ਸੰਦੇਸ਼ ਹੈ। ਦੂਜਾ ਸੰਦੇਸ਼ ਇਹ ਹੈ ਕਿ ਜੇ ਤੁਸੀਂ ਸ਼ਾਂਤੀਪੂਰਵਕ ਢੰਗ ਨਾਲ ਲੜਾਈ ਲੜਦੇ ਹੋ ਤਾਂ ਤੁਸੀਂ ਕੁਛ ਨਾ ਕੁਛ ਅਚੀਵ ਕਰ ਲੈਂਦੇ ਹੋ। ਕਿਸਾਨਾਂ ਨੇ ਸ਼ੁਰੂ ਤੋਂ ਜਾਬਤਾ ਰੱਖਿਆ, ਉਹਨਾਂ ਨੇ ਕਿਹਾ ਕਿ ਸ਼ਾਂਤੀ ਬਣਾਈ ਰੱਖੋ, ਸ਼ਾਂਤੀ ਬਣਾਈ ਰੱਖੋਗੇ ਤਾਂ ਆਪਾਂ ਇਹ ਜਿੱਤ ਜਾਵਾਂਗੇ, ਅਤੇ ਉਹ ਗੱਲ ਸਾਬਤ ਹੋ ਗਈ ਹੈ। ਤੀਜੀ ਗੱਲ ਇਹ ਸਾਬਤ ਹੋਈ ਹੈ ਕਿ ਜੇ ਤੁਸੀਂ ਸਬਰ, ਸਿਦਕ, ਸਾਂਝੀਵਾਲ ਅਤੇ ਇਕੱਠੇ ਹੋ ਕੇ, ਸਮੂਹਕ ਲੋਕ ਇਕੱਠੇ ਹੋ ਕੇ ਜੋ ਇੱਕ ਲੜਾਈ ਲੜਦੇ ਹੋ ਤਾਂ ਤੁਹਾਡੀ ਜਿੱਤ ਅਵੱਸ਼ ਹੈ। ਜੇ ਤੁਸੀਂ ਅੱਡ ਹੋ ਕੇ ਲੜਦੇ ਹੋ, ਗਰੁੱਪ ਬਣਾ ਕੇ ਲੜਦੇ ਹੋ, ਜਾਂ ਵੱਖਰੀਆਂ ਵੱਖਰੀਆਂ ਮਤਲਬ ਕਿ ਲਾਈਨਾਂ ਲੈ ਕੇ ਚੱਲਦੇ ਹੋ, ਫਿਰ ਸੰਭਵ ਨਹੀਂ। 32 ਜਥੇਬੰਦੀਆਂ ਦਾ ਵਿਚਾਰਕ ਧਾਰਕ ਬਹੁਤ ਵੱਡੇ ਮਤਭੇਦ ਹੋਣ ਦੇ ਬਾਵਜੂਦ ਇਕੱਠੇ ਹੋਣਾ, ਇੱਕ ਪਲੇਟਫਾਰਮ 'ਤੇ ਹੋਣਾ ਅਤੇ ਫਿਰ ਉਹ ਲੜਾਈ ਜਿੱਤਣਾ, ਉਹ ਇੱਕ ਆਪਣੇ ਆਪ 'ਚ ਬਹੁਤ ਵੱਡਾ ਸੁਨੇਹਾ ਹੈਗਾ। ਇਹ ਸਾਰੇ ਦੇਸ਼ ਨੂੰ ਸੁਨੇਹਾ ਹੈ ਕਿ ਜੇ ਤੁਸੀਂ ਸਾਰੇ, ਕੋਈ ਸਰਕਾਰ ਗਲਤ ਕੰਮ ਕਰਦੀ ਹੈ, ਜੇ ਲੋਕਾਂ ਨੂੰ ਲੱਗਦਾ ਕਿ ਇਹ ਗਲਤ ਕੰਮ ਹੈ, ਤਾਂ ਜੇ ਤੁਸੀਂ ਸਾਰੇ ਲੋਕ ਇਕੱਠੇ ਹੋ ਜਾਓਗੇ, ਇੱਕ ਪਲੇਟਫਾਰਮ 'ਤੇ ਆਓਗੇ, ਤੁਸੀਂ ਕੋਈ ਵੀ ਵੱਡੀ ਤੋਂ ਵੱਡੀ ਲੜਾਈ ਜਿੱਤ ਸਕਦੇ ਹੋ। ਅਤੇ ਸਭ ਤੋਂ ਹੋਰ ਬਹੁਤ ਸਾਰੇ ਸੁਨੇਹੇ ਨੇ ਜਿਹੜੇ ਕਿ ਆਪਾਂ ਕਹਿੰਦੇ ਆ ਡੈਮੋਕਰੇਸੀ। ਜੀ, ਅਲਟੀਮੇਟਲੀ ਡੈਮੋਕਰੇਸੀ ਜਿਹੜੀ ਲੋਕ ਰਾਜ ਹੈ, ਉਹਦੀ ਵੀ ਜਿੱਤ ਹੋਈ ਹੈ ਨਾ। ਲੋਕ ਰਾਜ ਵਿੱਚ ਤੁਸੀਂ, ਕੋਈ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਤੁਹਾਨੂੰ ਸੰਘਰਸ਼ ਕਰਨ ਦਾ, ਅੰਦੋਲਨ ਕਰਨ ਦਾ ਮਤਲਬ ਅਧਿਕਾਰ ਨਹੀਂ ਹੈਗਾ। ਸੋ ਇਹ ਇੱਕ ਲੋਕ ਰਾਜ ਦੀ ਵੀ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਜਿੱਤ ਹੋਈ ਹੈ ਕਿ ਲੋਕ ਰਾਜ ਵਿੱਚ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਸਰਕਾਰ ਸਾਹਮਣੇ ਰੱਖਣ ਦਾ, ਉਹਦੇ ਪ੍ਰਤੀ ਸੰਘਰਸ਼ ਕਰਨ ਦਾ, ਲੜਾਈ ਲੜਨ ਦਾ ਇੱਕ ਜਿਹੜਾ ਅਧਿਕਾਰ ਪ੍ਰਾਪਤ ਹੈ, ਉਹਨੂੰ ਵਰਤਿਆ ਜਾ ਸਕਦਾ ਹੈਗਾ। ਇਹ ਵੀ ਇੱਕ ਬਹੁਤ ਵੱਡਾ ਸੁਨੇਹਾ ਗਿਆ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਵੀ ਕੋਈ ਇਤਿਹਾਸਕਾਰ ਲਿਖਣਗੇ, ਅੱਜ ਤੋਂ 10-20 ਸਾਲ ਦੀ ਪੜਚੋਲ ਹੋਏਗੀ। ਵੈਸੇ ਤਾਂ ਬਹੁਤ ਵੱਡੀਆਂ ਜਿਹੜੀਆਂ ਪਹਿਲਾਂ ਕਿਸਾਨੀ ਲਹਿਰਾਂ ਹੋਈਆਂ, ਉਹਨਾਂ ਦੀ ਪੜਚੋਲ ਹੋਈਆਂ, ਜਾਂ ਦੂਸਰੀਆਂ ਆਜ਼ਾਦੀ ਨਾਲ ਸੰਬੰਧਿਤ ਲਹਿਰਾਂ ਹੋਈਆਂ ਨੇ, ਉਹਨਾਂ ਦੀ ਹੋਈ ਹੈ, ਜਾਂ ਸੋਸ਼ਲ ਜਾਂ ਸਮਾਜਿਕ ਲਹਿਰਾਂ ਚੱਲੀਆਂ ਨੇ ਕਿਸੇ ਨਾ ਕਿਸੇ ਢੰਗ ਨਾਲ, ਉਹਨਾਂ ਦੀ ਵੀ ਜ਼ਿਕਰ ਆਉਂਦਾ ਰਿਹਾ ਇਹਦੇ ਵਿੱਚ। ਪਰ ਇਸ ਨੂੰ ਬੜੇ ਕਨਵੇਕਲੀ ਢੰਗ ਨਾਲ ਤਾਂ ਦੇਖਿਆ ਜਾਏਗਾ ਕਿ ਇੱਕ ਥਾਂ 'ਤੇ ਲੋਕ ਮੂਵ ਕਰਦੇ ਆ,
ਇੱਕ ਥਾਂ 'ਤੇ ਜਾ ਕੇ ਬੈਠ ਜਾਂਦੇ ਨੇ। ਉੱਥੇ ਜਾ ਕੇ ਉਹ ਆਪਣਾ ਕਹਿੰਦਾ ਇੱਕ ਅੰਦੋਲਨ ਦਾ ਵੱਖਰਾ ਢੰਗ ਵਿਧੀ ਚੁਣਦੇ ਨੇ। ਉੱਥੇ ਉਹ ਰੋਜ਼ ਰੈਲੀਆਂ ਕੱਢਦੇ ਨੇ, ਮੁਜ਼ਾਹਰੇ ਕਰਦੇ ਨੇ, ਰੋਜ਼ ਸਟੇਜਾਂ ਲਾਉਂਦੇ ਨੇ, ਲੰਗਰ ਚੱਲਦੇ ਨੇ, ਫਿਰ ਆਪਣੇ ਆਪਣੇ ਪ੍ਰੋਗਰਾਮ ਦਿੰਦੇ ਨੇ। ਇਸ ਤਰ੍ਹਾਂ ਦਾ ਕਦੇ ਪਹਿਲਾਂ ਨਹੀਂ ਹੋਇਆ। ਹਾਲਾਂਕਿ ਕੁੱਟ ਇੰਡੀਆ ਮੂਵਮੈਂਟ ਵੀ ਚੱਲੀ ਹੈ ਨਾ, ਹੋਰ ਮੂਵਮੈਂਟਾਂ ਵੀ ਚੱਲੀਆਂ ਮਤਲਬ, ਪਰ ਇਸ ਤਰ੍ਹਾਂ ਦਾ ਵਰਤਾਰਾ ਕਦੇ ਨਹੀਂ ਹੋਇਆ ਕਿ ਕਹਿੰਦੇ ਇੱਕ ਥਾਂ 'ਤੇ ਲੋਕ ਮੂਵ ਕਰਕੇ ਇਕੱਠੇ ਥਾਂ 'ਤੇ ਜਾ ਕੇ ਸਮੂਹ ਜਾ ਕੇ ਅਤੇ ਫਿਰ ਸਾਲ ਬੈਠਣ ਅਤੇ ਸਾਲ ਵਿੱਚ ਵੀ ਕੋਈ ਬਹੁਤ ਵੱਡੀ ਘਟਨਾ ਨਾ ਹੋਵੇ। ਹਾਲਾਂਕਿ ਇਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਤਾਂ ਦੇਖੋ ਅੰਦੋਲਨਾਂ 'ਚ ਆਉਂਦੇ ਨੇ, ਕਦੇ ਅੰਦੋਲਨ ਤਾਹਾਂ ਚਲਿਆ ਗਿਆ, ਕਦੇ ਥੱਲੇ ਚਲਿਆ ਗਿਆ, ਪਰ ਜਦੋਂ ਵੀ ਕਿਸਾਨਾਂ ਨੇ ਕਾਲ ਦਿੱਤੀ, ਕਿਸੇ ਵੀ ਮੌਕੇ 'ਤੇ ਕਾਲ ਦਿੱਤੀ, ਉਦੋਂ ਲੋਕ ਪਿੱਛੇ ਨਹੀਂ ਹਟੇ। ਉਦੋਂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਭਾਵਾਂ ਦੀ ਕੋਈ ਵੀ ਦਿਨ ਹੁੰਦਾ ਸੀਗਾ ਜਦੋਂ ਕਹਿੰਦੇ ਸੀ ਵੀ ਆ ਜਾਓ। ਅਤੇ ਹੁਣ ਜਿਵੇਂ 22 ਦੀ ਕਾਲ ਹੈਗੀ ਲਖਨਊ ਦੀ, ਉੱਥੇ ਵੀ ਬਹੁਤ ਸਾਰੇ ਕਿਸਾਨ ਜਾ ਰਹੇ ਨੇ, ਪਹੁੰਚ ਗਏ ਰਾਤੋਂ ਰਾਤ। ਕੱਲ੍ਹ ਫਿਰ 26 ਦੀ ਕਾਲ ਹੈਗੀ, 26 ਨੂੰ ਤਾਂ ਮੇਰਾ ਖਿਆਲ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਉੱਥੇ ਇਕੱਠ ਹੋਏਗਾ ਜਾਂ ਗੈਦਰਿੰਗ ਹੋਏਗਾ ਉਹ ਸੰਭਲ ਸਕੇਗੀ। ਬਹੁਤ ਜ਼ਿਆਦਾ ਵੱਡੀ ਗੈਦਰਿੰਗ ਹੋਣ ਦੀ ਸੰਭਾਵਨਾ, ਲੱਖਾਂ ਦੀ ਗਿਣਤੀ ਵਿੱਚ ਲੋਕ ਜਾਣਗੇ, ਕਿਉਂਕਿ ਹੁਣ ਪੰਜਾਬ, ਹਰਿਆਣਾ, ਯੂਪੀ ਵਗੈਰਾ ਦੇ ਸਾਰੇ ਲੋਕ ਜਾਣਗੇ। ਸੋ ਇਹ ਇਤਿਹਾਸ, ਇਸ ਜਿਹੜੀ ਲਹਿਰ ਹੈ, ਜਿਹੜੀ ਇਹ ਲਹਿਰ ਹੈ, ਇਹਦੇ ਬਹੁਤ ਸਾਰੇ ਵੱਖਰੇ ਪਹਿਲੂ ਨੇ। ਇਹਦੀ ਇੱਕ ਬੜੀ ਨਿਵੇਕਲੀ ਨਹਾਰ ਹੈਗੀ, ਜਿਹਦਾ ਕਿ ਹੁਣ ਮੇਰਾ ਖਿਆਲ ਹੈ ਕਿ ਜਦੋਂ ਇਤਿਹਾਸਕਾਰ ਜਾਂ ਲੋਕਤੰਤਰ ਦੇ ਜਿਹੜੇ ਪਾਰਖੂ ਨੇ, ਉਹ ਜਾਂ ਪੋਲੀਟੀਕਲ ਸਾਇੰਟਿਸਟ ਨੇ ਜਾਂ ਸੋਸ਼ਲ ਸਾਇੰਟਿਸਟ ਨੇ, ਜਦੋਂ ਸਾਰੀਆਂ ਗੱਲਾਂ ਦਾ ਜ਼ਿਕਰ ਕਰਨਗੇ ਤਾਂ ਇਹ ਸਾਰੇ ਪੁਆਇੰਟ ਉਹਦੇ ਵਿੱਚ ਆਉਣਗੇ। ਹਾਂ, ਇਹ ਠੀਕ ਹੈ ਕਿ ਪੰਜਾਬ ਨੂੰ ਵੱਡਾ ਮਾਣ ਮਿਲੇਗਾ ਇਸ ਵਿੱਚ। ਪੰਜਾਬ ਨੇ ਪਹਿਲਾਂ ਆਜ਼ਾਦੀ ਦੀ ਲਹਿਰ ਵਿੱਚ ਵੀ ਤੁਹਾਨੂੰ ਪਤਾ ਹੀ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦਾ। ਫਿਰ ਜਦੋਂ ਵੀ ਦੇਸ਼ 'ਤੇ ਕੋਈ ਭੀੜ ਬਣਿਆ, ਜਦੋਂ ਵੀ ਦੇਸ਼ 'ਤੇ ਕੋਈ ਭੀੜ ਪਈ, ਭਾਵੇਂ ਉਹ ਅੰਨ ਦੀ ਕਮੀ ਸੀ ਜਾਂ ਕੋਈ ਹੋਰ ਸੀ, ਉਹਦੇ ਵਿੱਚ ਵੀ ਉਹਦਾ ਸਰਹੱਦਾਂ 'ਤੇ ਉਦੋਂ ਵੀ ਉਹ ਮਤਲਬ ਵੀ ਉਹਦਾ ਬਹੁਤ ਵੱਡਾ ਰੋਲ ਪਿਆ। ਇਸ ਵਿੱਚ ਜਿਹੜਾ ਸਾਰਾ ਸਿਹਰਾ ਮਿਲਿਆ, ਹਾਲਾਂਕਿ ਆਪਣੇ ਹਰਿਆਣੇ ਦੇ ਭਾਈਚਾਰੇ ਨੇ ਬਹੁਤ ਵੱਡਾ ਰੋਲ ਰਿਹਾ। ਆਪਾਂ ਉਹਨੂੰ ਘਟਾ ਕੇ ਨਹੀਂ ਦੇਖ ਸਕਦੇ। ਠੀਕ ਹੈ ਕਿ ਉਹ ਤੁਹਾਡਾ ਲੋ ਪ੍ਰੋਫਾਈਲ ਨੇ, ਉਹ ਪਿੱਛੇ ਰਹਿੰਦੇ ਨੇ, ਬੜੀ ਉਹ ਪਿੱਛੇ ਰਹਿ ਕੇ ਰਾਜੀ ਨੇ, ਬੜਾ ਅੱਗੇ ਨਹੀਂ ਕਰਦੇ ਆਉਂਦੇ ਹੈ ਨਾ। ਪਰ ਜੋ ਸਬਜ਼ੀਆਂ, ਦੁੱਧ, ਲੱਸੀ, ਕੀ ਨਹੀਂ ਮਤਲਬ ਕੀ ਸੇਵਾ ਨਹੀਂ ਕੀਤੀ, ਬਹੁਤ ਵੱਡੀ ਸੇਵਾ। ਚੁੱਲ੍ਹੇ ਉਹਨਾਂ ਦੇ ਸੀ, ਲੱਕੜਾਂ ਦੀਆਂ ਟਾਹਲੀਆਂ ਭਰ ਆਉਂਦੀਆਂ ਸੀ। ਸੋ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਫਿਰ ਉੱਤਰ ਪ੍ਰਦੇਸ਼ ਵਗੈਰਾ ਦਾ ਜਿਹੜਾ ਬਹੁਤ ਵੱਡਾ ਰੋਲ ਹੈਗਾ। ਸੋ ਕੁੱਲ ਮਿਲਾ ਕੇ ਤਾਂ ਸਾਰਿਆਂ ਤਰ੍ਹਾਂ ਦਾ ਰੋਲ ਹੈ। ਪਰ ਪੰਜਾਬ ਦੀ ਜਿਹੜੀ ਅਗਵਾਈ ਹੈ, ਪੰਜਾਬ ਨੇ ਕਿਹੜਾ ਮਾਡਲ ਦਿੱਤਾ ਨਵਾਂ ਪ੍ਰੋਟੈਸਟ ਦਾ, ਉੱਥੇ ਜਾ ਕੇ ਰੱਖਿਆ ਹੈ। ਜਿਹੜੀ ਸਾਡਾ ਵਿਰਸਾ ਸੀ, ਗੁਰੂ ਨਾਨਕ ਸਾਹਿਬ ਤੋਂ ਜਿਹੜਾ ਵਿਰਸਾ ਚੱਲਿਆ ਸੀਗਾ ਸਾਡਾ, ਉਹਦੀ ਬਹੁਤ ਵੱਡੀ ਚੜ੍ਹ, ਜ਼ਬਰ ਦੇ ਖਿਲਾਫ ਲੜਨਾ, ਹਾਂ, ਉਹਦੀ ਬਹੁਤ ਵੱਡੀ ਚੜ੍ਹ। ਦੇਖੋ, ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲੇ ਬੰਦੇ ਸੀਗੇ ਜਿਨ੍ਹਾਂ ਨੇ ਉਸ ਸਮੇਂ ਦੀ ਸਟੇਟ ਦੇ ਖਿਲਾਫ ਆਵਾਜ਼, ਬਾਬਰ ਨੂੰ ਜਾਵਰ ਕਿਹਾ, ਸੰਬੋਧਨ ਕੀਤਾ, ਬਾਣੀ ਲਿਖੀ, ਉਹਦੇ ਵਿਰੁੱਧ ਲਿਖੀ। ਹਾਂਜੀ, ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇਲਾਵੇ, ਹੈ ਨਾ, ਸਾਰਾ ਕੁਛ ਲਿਖਿਆ ਗਿਆ। ਤਾਂ ਉਹ ਪਹਿਲੀ ਇੱਕ ਸਟੇਟ ਦੇ ਖਿਲਾਫ ਗਾਵ ਸੀ ਕਿ ਤੁਸੀਂ ਜ਼ੁਲਮ ਨਾ ਕਰੋ, ਤੁਸੀਂ ਨਿਆਂ ਦਿਓ, ਲੋਕਾਂ ਨੂੰ ਜਸਟਿਸ ਦਿਓ। ਸੋ ਉਹ ਇੱਕ ਧਾਰਾ ਜਿਹੜੀ ਚੱਲੀ ਆ ਰਹੀ ਸੀ, ਉਹ ਧਾਰਾ ਦੀ ਜਿਹੜੀ ਵਿਕਟਰੀ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਵੀ ਇੱਕ ਉਹਦੀ ਲੜੀ ਹੈ। ਅਤੇ ਉਹ ਸਾਡੀ ਇੱਕ ਬਹੁਤ ਵੱਡਾ ਵਿਰਸਾ ਸੀ, ਉਹ ਵਿਰਸੇ ਦੀ ਵੀ ਜਿੱਤ ਹੋਈ ਹੈ ਜੀ। ਅਤੇ ਜੇਕਰ ਉਸ ਵਿਰਸੇ ਦੀ ਜਿੱਤ ਹੋਈ ਹੈ ਤਾਂ ਹੁਣ ਉਹ ਤੋਂ ਅਗਲੇ ਜਿਹੜੇ ਕਦਮ ਨੇ, ਮੈਂ ਉਹਦੇ ਪਰ ਆਉਣਾ ਚਾਹੁੰਦਾ ਕਿ ਹੁਣ ਇਸ ਅੰਦੋਲਨ ਨੂੰ ਉੱਥੋਂ ਜਦੋਂ ਜਿੱਤ ਦੇ ਰੂਪ 'ਚ ਵਾਪਸ ਆਉਣਾ, ਤਾਂ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਕਿ ਕਿਸ ਫਾਰਮੈਟ 'ਚ ਆਉਣਾ ਚਾਹੀਦਾ? 2-3 ਪਹਿਲੂ ਮੇਰਾ ਖਿਆਲ ਹੋਣੇ ਚਾਹੀਦੇ ਨੇ। ਇੱਕ ਤਾਂ ਸਭ ਤੋਂ ਵੱਡਾ ਪਹਿਲੂ ਜੋ ਮੇਰੇ ਮਨ ਨੂੰ ਟੁੰਬਦਾ ਹੈ ਜਾਂ ਮੇਰੇ ਮਨ 'ਚ ਆਉਂਦਾ ਵਾਰ-ਵਾਰ, ਕਿ ਉਹਨਾਂ ਪਰਿਵਾਰਾਂ ਵਾਸਤੇ ਕੀ ਕਰਨਾ ਹੈ ਜਿਨ੍ਹਾਂ ਪਰਿਵਾਰਾਂ ਦੇ ਬੰਦੇ ਇਸ ਅੰਦੋਲਨ ਦੀ ਸ਼ਹੀਦ ਹੋ ਗਏ। ਕਿਸਾਨ ਬਹੁਤ ਸਾਰੇ ਜੰਗ ਬੱਚੇ ਵੀ ਸ਼ਹੀਦ ਹੋਏ ਨੇ, ਇਹਦੇ ਵਿੱਚ ਕੋਈ ਐਕਸੀਡੈਂਟ 'ਚ ਹੋ ਗਿਆ ਜਾਂ ਕਿਸ ਤਰ੍ਹਾਂ ਵੀ ਹੋ ਗਏ। 2-3 ਬੱਚਿਆਂ ਦੀ ਉੱਥੇ ਸਰਦੀ ਕਾਰਨ ਵੀ ਡੈਥ ਹੋ ਗਈ, ਤੋਂ ਜ਼ਿਆਦਾ ਇੱਕ ਮੀਂਹ ਪਿਆ ਸੀ ਇੱਕ ਦਿਨ, ਉਸ ਦਿਨ ਬੱਚੇ ਦੀ ਡੈਥ ਹੋ ਗਈ ਸੀਗੀ। ਇਸ ਤੋਂ ਬਿਨਾਂ ਬਜ਼ੁਰਗ ਵੀ ਬਹੁਤ ਡੈਥ ਹੋਏ ਨੇ, ਕਿ ਕਾਰਨ ਕੋਈ ਵੀ ਹੋ ਸਕਦਾ, ਪਰ ਸੰਬੰਧਿਤ ਮੋਰਚੇ ਨਾਲ ਸੀਗੇ। ਤਾਂ ਉਹ ਸ਼ਹੀਦ ਜਿਹੜੇ ਹੋਏ ਨੇ, ਉਹਨਾਂ ਦੇ ਪਰਿਵਾਰਾਂ ਦੀ ਦੇਖ ਰੇਖ ਅਗਲੇ 50 ਸਾਲ 60 ਸਾਲ ਜਿੰਨਾ ਚਿਰ ਉਹ ਪਰਿਵਾਰ ਦੁਬਾਰਾ ਖੜ੍ਹੇ ਨਹੀਂ ਹੋ ਜਾਂਦੇ, ਉਹ ਕਿਵੇਂ ਕਰਨੀ ਹੈ? ਇੱਕ ਤਾਂ ਸਾਡੇ ਵਾਸਤੇ ਸਵਾਲ ਸਭ ਤੋਂ ਵੱਡਾ ਹੈ। ਇੱਕ ਇਹ ਵਿਕਟਰੀ ਵੀ ਅਸੀਂ ਉਹਨੂੰ ਡੈਡੀਕੇਟ ਸਾਨੂੰ ਕਰਨੀ ਚਾਹੀਦੀ ਹੈ, ਜਿਹੜੀ ਜਿੱਤ ਹੋਈ ਹੈ। ਇਹ ਜਿੱਥੇ ਇਹ ਸਾਰੇ ਓਵਰਸਾਲ ਸੰਘਰਸ਼ ਦੀ ਜਿੱਤ ਹੈਗੀ, ਉੱਥੇ ਉਹ ਸ਼ਹੀਦਾਂ ਨੂੰ ਵੀ ਸਮਰਪਿਤ ਹੋਣੀ ਚਾਹੀਦੀ। ਸਭ ਤੋਂ ਵੱਡਾ ਸਵਾਲ ਸਾਡੇ ਕੋਲ ਇਹ ਹੈਗਾ। ਜਦੋਂ ਫਿਰ ਆਉਣਾ ਹੈ ਵਾਪਸ ਜੀ, ਉਹ ਕਿਸ ਢੰਗ ਨਾਲ ਆਉਣਾ ਹੈ? ਮੈਂ ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਆਪਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਉੱਥੇ ਕਹਿੰਦਾ ਅਖੰਡ ਪਾਠ ਕਰਾਉਣਾ ਚਾਹੀਦਾ ਹੈ। ਅਖੰਡ ਪਾਠ ਦਾ ਭੋਗ ਪੈਣ ਦੇ ਉਪਰੰਤ ਹੀ ਉੱਥੋਂ ਵਾਪਸ ਚਾਲੇ ਪਾਉਣੇ ਚਾਹੀਦੇ ਹੈ। ਉਸ ਦਿਨ ਵੱਡਾ ਲੰਗਰ ਲਾਉਣਾ ਚਾਹੀਦਾ ਹੈ। ਆਲੇ ਦੁਆਲੇ ਦੇ ਪਿੰਡਾਂ ਨੂੰ ਜਿਹੜੇ ਹੈਗੇ ਨੇ, ਜਿਨ੍ਹਾਂ ਨੇ
ਮਦਦ ਕਰਦੇ ਰਹੇ ਨੇ। ਦੇਖੋ ਸਬਜ਼ੀਆਂ ਤਾਂ ਆਪਾਂ ਦੇਖੀ ਹੈ, ਆਪਾਂ ਜਾਂਦੇ ਰਹੇ ਹਾਂ ਮੋਰਚੇ 'ਚ, ਸਬਜ਼ੀਆਂ ਆਲੇ ਦੁਆਲੇ ਦੇ ਪਿੰਡਾਂ 'ਚ ਆਉਂਦੀਆਂ ਸੀਗੀਆਂ, ਦੁੱਧ ਇਕੱਠਾ ਹੋ ਕੇ ਆਉਂਦਾ ਸੀ, ਲੱਕੜਾਂ ਦੀਆਂ ਟਰਾਲੀਆਂ ਆਉਂਦੀਆਂ ਸੀਗੀਆਂ। ਦੇਖੋ ਬਹੁਤ ਵੱਡਾ ਮੂੰਗਫਲੀ, ਫਲ ਫਰੂਟ, ਹੋਰ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ ਹੈ। ਦਿੱਲੀ ਦੇ ਲੋਕਾਂ ਨੇ ਪਹਿਲੇ 4-5 ਮਹੀਨੇ 26 ਜਨਵਰੀ ਤੱਕ ਬਹੁਤ ਫਿਰ ਤਾਂ ਉਹਨਾਂ ਨੂੰ ਆਉਣੋਂ ਰੋਕਤਾ ਨਾ, ਹਾਂ ਮਤ ਗਈ, ਬਾਅਦ ਤਾਂ ਫਿਰ ਉਹਨਾਂ ਤੇ ਰੋਕਾਂ ਲੱਗ ਗਈਆਂ ਸੀ, ਫਿਰ ਸਭ ਟੱਪ ਕੇ ਆਉਂਦੇ ਰਹੇ 2-3 ਦਿਨ, ਤੇ ਉਹਨਾਂ ਦੀ ਵੀ ਬਹੁਤ ਵੱਡਾ ਜੋ ਇਹ ਮੈਂ ਕਹਿੰਦਾ ਕਿ ਇੱਕੋ ਜਿਹੜਾ ਮਹਾਂ ਇਕੱਠ ਜਿਹੜਾ ਹੈਗਾ ਨਾ, ਮਹਾਂ ਜੱਗ ਤੇ ਮਹਾਂ ਇਕੱਠ ਉਸ ਦਿਨ ਹੋਣਾ ਚਾਹੀਦਾ ਜਿੱਦੇ ਉੱਥੋਂ ਚੱਲਣਾ ਹੈ, ਤੇ ਉਸ ਦਿਨ ਫਿਰ ਸਾਰਿਆਂ ਦਾ ਇੱਕ ਧੰਨਵਾਦ ਹੋਣਾ ਚਾਹੀਦਾ ਸਾਰੇ ਲੋਕਾਂ ਦਾ, ਤਾਂ ਕਿ ਆਉਣ ਵਾਲੇ ਜੇ ਕੋਈ ਇਸ ਤਰ੍ਹਾਂ ਦਾ ਸੰਘਰਸ਼ ਚੱਲਦਾ ਜਾਂ ਕੋਈ ਅੰਦੋਲਨ ਚੱਲਦਾ ਹੈ, ਲੋਕ ਉਹਦੇ ਨਾਲ ਖੜ ਸਕਣ, ਉਹਦੀ ਸਪੋਰਟ ਕਰ ਸਕਣ, ਉਹਨਾਂ ਦਾ ਉਤਸ਼ਾਹ ਹੋਰ ਵਧੇ ਕਿ ਅਸੀਂ ਰਲ ਮਿਲ ਕੇ ਸਾਰੇ ਲੋਕ ਆਪਣੇ ਜਿਹੜੇ ਏਮ ਜਾਂ ਆਬਜੈਕਟਿਵ ਆ ਉਹ ਅਚੀਵ ਕਰ ਸਕਦੇ। ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਜੋ ਮੇਰੇ ਮਨ 'ਚ ਆ ਰਿਹਾ ਜੀ, ਇਸ ਤਰ੍ਹਾਂ ਹੋਣਾ ਚਾਹੀਦਾ। ਪਰ ਅਜੇ ਆ ਕਿਉਂ ਨਹੀਂ ਰਹੇ, ਇਹ ਸਵਾਲ ਨੈਸ਼ਨਲ ਮੀਡੀਆ ਚੁੱਕਣ ਲੱਗਾ, ਜਾਂ ਕੁਝ ਧਿਰਾਂ ਅਜੇ ਵੀ ਉਹ ਸਵਾਲ ਖੜਾ ਕਰਦੀਆਂ ਕਿ ਹੁਣ ਕਿਉਂ ਨਹੀਂ ਵਾਪਸ ਪਰਤ ਰਹੇ। ਸੋ ਇਸ ਨੂੰ ਲੈ ਕੇ ਜਿਹੜਾ ਸਵਾਲ ਖੜਾ ਕਿ ਵਾਪਸ ਨਾ ਪਰਤਣ ਦਾ ਕਾਰਨ, ਉਹ ਅਸੀਂ ਧਾਲੀਵਾਲ ਸਾਹਿਬ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਜਿਹੜੇ ਜਥੇਬੰਦੀਆਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ ਕਿ ਇਹਨਾਂ ਪਹਿਲੂਆਂ 'ਤੇ ਅਜੇ ਮਾਮਲੇ ਖੜੇ ਨੇ। ਜੇਕਰ 3 ਖੇਤੀ ਕਾਨੂੰਨਾਂ ਦਾ ਮਸਲਾ ਸੀ ਤਾਂ ਉਹ ਤਾਂ ਕਹਿੰਦੇ ਕਿ ਪ੍ਰਧਾਨ ਮੰਤਰੀ ਨੇ ਕਹਿ ਤਾ ਅਤੇ ਸੈਸ਼ਨ 'ਚ ਰੱਦ ਹੋ ਜਾਣਗੇ, ਪਰ ਉਹ ਤੋਂ ਬਾਵਜੂਦ ਵੀ ਅਜੇ ਵਾਪਸੀ ਵੱਲ ਕਾਹਲ ਕਿਉਂ ਨਹੀਂ ਹੈ। ਜਿੱਥੇ ਇਹ ਸਵਾਲ ਖੜਾ ਉੱਥੇ ਰਾਜਨੀਤਿਕ ਪਹਿਲੂ ਕੀ 2022 ਦੀਆਂ ਚੋਣਾਂ ਵੱਲ ਜਥੇਬੰਦੀਆਂ ਨੂੰ ਕੋਈ ਕਦਮ ਵਧਾਉਣਾ ਚਾਹੀਦਾ ਜਾਂ ਪ੍ਰੈਸ਼ਰ ਗਰੁੱਪ ਦੇ ਰੂਪ 'ਚ ਕੰਮ ਕਰਨਾ ਚਾਹੀਦਾ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਸਮਾਂ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਲਈ ਰੁਕਾਂਗੇ, ਹੁਣੇ ਪਰਤੇ ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV। ਵਿਜ਼ਨ ਪੰਜਾਬ TV ਵੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਚਰਚਾ ਦੇ ਮੁੱਦੇ ਕੋਈ ਫਿਰ ਸਵਾਗਤ ਹੈ। ਅਸੀਂ ਗੱਲਬਾਤ ਕਰ ਰਹੇ ਸਰ ਜੀ ਧਾਲੀਵਾਲ ਜੀ ਹੋਰਾਂ ਨਾਲ। ਧਾਲੀਵਾਲ ਸਾਹਿਬ ਨੂੰ ਕਹਿੰਦੇ ਕਿ ਜਦੋਂ ਵਾਪਸ ਆਉਣਾ ਤਾਂ ਜਿੱਤ ਦਾ ਝੰਡਾ ਲਹਿਰਾਉਂਦਿਆਂ ਹੋਇਆਂ ਇੱਕ ਸੁਰ ਦੇ ਵਿੱਚ, ਇੱਕ ਤਾਲ ਦੇ ਵਿੱਚ, ਸਾਂਝੀਵਾਲਤਾ ਦੇ ਰੂਪ 'ਚ ਵਾਪਸ ਆਉਣਾ, ਅਤੇ ਸ਼ੁਕਰਾਨਾ ਜਿੱਥੇ ਹਰਿਆਣਾ ਵਾਸੀਆਂ ਦਾ ਦੇ ਪਿੰਡਾਂ ਦਾ ਕਰਨਾ, ਉੱਥੇ ਦਿੱਲੀ ਦਾ ਵੀ ਕਰਨਾ, ਅਤੇ ਇੱਜ਼ਤ ਸਮਰਪਿਤ ਉਹਨਾਂ ਸ਼ਹੀਦਾਂ ਨੂੰ ਕਰਨੀ ਬਣਦੀ ਆ। ਪਰ ਉਸ ਤੋਂ ਅਗਲੇ ਜਿਹੜੇ ਸਵਾਲ ਖੜੇ ਨੇ, ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਹੋਵੇ ਔਰ ਦੇਸ਼ ਨੂੰ ਵਿਸ਼ਵਾਸ ਨਾ ਹੋ ਰਿਹਾ ਹੋਵੇ, ਅਜਿਹੀ ਸਥਿਤੀ ਕਿਉਂ ਬਣੀ? ਧਾਲੀਵਾਲ ਸਾਹਿਬ, ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਦੇਵੇ ਕਿ 3 ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ, ਇਸੇ ਮਹੀਨੇ ਦੇ ਅਖੀਰ 'ਚ ਲੈ ਲਾਂਗੇ, ਅਤੇ ਤੁਸੀਂ ਕਿਸਾਨਾਂ ਨੂੰ ਬੇਨਤੀ ਹੈ ਕਿ ਘਰਾਂ ਨੂੰ ਜਾਓ। ਉੱਥੇ ਕਿਸੇ ਨੇ ਨਹੀਂ ਟਰੈਲੀ ਖੋਲ੍ਹੀ, ਕਿਸੇ ਨੇ ਨਹੀਂ ਟਰੈਕਟਰ ਜੋੜਿਆ, ਕਿਸੇ ਨੇ ਨਹੀਂ ਤਰਪਾਲ ਪੱਟੀ, ਕਿਸੇ ਨੇ ਨਹੀਂ ਦਰੀ ਇਕੱਠੀ ਕੀਤੀ, ਕਿਸੇ ਨੇ ਨਹੀਂ ਮੰਜਾ ਇਕੱਠਾ ਕੀਤਾ। ਇਹਦੇ ਕੀ ਮੰਨਦੇ ਹੋ? ਕਹਿੰਦਾ ਮਤਲਬ ਪ੍ਰਧਾਨ ਮੰਤਰੀ ਆਪਣਾ ਵਿਸ਼ਵਾਸ ਖੋ ਚੁੱਕੇ ਨੇ? ਦੇਖੋ, ਇਹਦੇ 2 ਪਹਿਲੂ ਨੇ। ਪਹਿਲਾ ਪਹਿਲੂ ਤਾਂ ਜਿਹੜਾ ਤੁਸੀਂ ਗੱਲ ਕਹੀ ਹੈ ਕਿ ਇਹੀ ਸਭ ਤੋਂ ਵੱਡਾ ਪਹਿਲੂ ਹੈਗਾ ਕਿ ਸਰਕਾਰ ਦੀ ਕ੍ਰੈਡੀਬਿਲਿਟੀ ਹੁੰਦੀ ਹੈ। ਸਰਕਾਰ ਕੁਛ ਇਹੋ ਜਿਹੇ ਕਈ ਵਾਰੀ ਵੱਡੇ ਐਲਾਨ ਕਰ ਦਿੰਦੀ ਹੈ ਕਿ ਜਿਹੜੇ ਕਦੇ ਪੂਰੇ ਨਹੀਂ ਹੁੰਦੇ, ਜਿਵੇਂ ਕਿ 15 ਲੱਖ ਵਾਲਾ ਬਿਆਨ ਸੀ ਜਿਹੜਾ, ਉਹ ਅਜੇ ਤੱਕ ਪੂਰਾ ਨਹੀਂ ਹੋਇਆ। ਇਸ ਤੋਂ ਇਲਾਵਾ ਪਹਿਲਾਂ ਇੱਕ ਵਾਰੀ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਸੀ, ਰਾਜੀਵ ਲੌਂਗੋਵਾਲ ਅਕੋਰਡ ਹੋਇਆ ਸੀਗਾ, ਉਹ ਪੂਰਾ ਨਹੀਂ ਹੋਇਆ ਹਾਲੇ ਤੱਕ, ਉਹਦਾ ਕੋਈ ਪਤਾ ਨਹੀਂ ਕਿੱਧਰ ਗਿਆ, ਕਿੱਧਰ ਗਿਆ। ਹਾਲਾਂਕਿ ਬੜਾ ਸਾਹਮਣੇ ਇੱਕ ਰਿਟਨ ਡਾਕੂਮੈਂਟ ਹੈ, ਸਾਰਾ ਕੁਛ ਹੋਇਆ ਅਤੇ ਕਹਿੰਦੇ ਬਕਾਇਦਾ ਅਨਾਉਂਸ ਵੀ ਹੋਈ ਸੀ। ਤਾਂ ਜਿਹੜਾ ਪਿਛੋਕੜ ਹੈ ਸਾਡੀ ਰਾਜਨੀਤੀ ਦਾ, ਸਾਡੀ ਸਟੇਟ ਦਾ ਜਿਹੜਾ ਪਿਛੋਕੜ ਹੈ, ਉਹਨੂੰ ਦੇਖਦੇ ਹੋਏ ਕਿਸਾਨਾਂ ਨੇ ਸੋਚਿਆ ਕਿ ਇੰਨੀ ਗੱਲ ਨਹੀਂ ਚੱਲਣੀ, ਜਿੰਨਾ ਚਿਰ ਆਪਣਾ ਲੋਕ ਸਭਾ 'ਚ ਪਾਸ ਨਹੀਂ ਹੋ ਜਾਂਦਾ, ਵਾਪਸ ਬਿੱਲ ਨਹੀਂ ਲੈ ਜਾਂਦੇ, ਉਦੋਂ ਬਾਅਦ ਸੋਚਾਂਗੇ ਅਸੀਂ ਵੀ ਕੀ ਕਰਨਾ। ਪਰ ਇਹਦੇ ਨਾਲ ਹਾਲੇ 2-3 ਮਸਲੇ ਹੋਰ ਵੱਡੇ ਜੁੜੇ ਹੋਏ ਨੇ। ਸਭ ਤੋਂ ਵੱਡਾ ਮਸਲਾ ਹੈਗਾ MSP ਦਾ। 23 ਫਸਲਾਂ ਦੀ MSP ਜਿਹੜੀ ਹੈਗੀ ਹੈ, ਜਿਵੇਂ ਕਿ ਆਪਾਂ ਬਾਰ-ਬਾਰ ਜ਼ਿਕਰ ਕਰ ਰਹੇ ਕਿ ਪੰਜਾਬ ਤੇ ਹਰਿਆਣਾ ਦੀ ਸਮੱਸਿਆ ਨਹੀਂ ਹੈਗੀ, ਸਾਡੇ ਵੀ 2 ਫਸਲਾਂ ਹੀ ਵਿਕਦੀਆਂ, 2 ਫਸਲਾਂ ਹੀ ਹੈ, ਸਾਡੀਆਂ ਵੀ ਪਈਆਂ। ਹਾਂ ਚਲੋ, ਸਾਡੀ ਹਾਲੇ ਮੇਜਰ ਫਸਲਾਂ ਉਹੀ ਨੇ, ਸਾਡਾ 80-90% ਰਕਬਾ ਜਿਹੜਾ ਹੈ ਉਹਨਾਂ ਥੱਲੇ ਕਵਰ ਹੁੰਦਾ ਹੈ। ਜਿਹੜਾ ਕਣਕ ਹੈ ਉਹਦੇ ਥੱਲੇ ਸਾਡਾ 85% ਹੋ ਜਾਂਦਾ ਹੈ, ਜਿਹੜੀ ਸਾਡੀ ਪੈਡੀ ਹੈ ਉਹ 'ਚ 70% ਰਕਬਾ ਉਹਦੇ ਥੱਲੇ ਕਵਰ ਹੋ ਜਾਂਦਾ ਹੈ। ਇਸ ਕਰਕੇ ਸਾਡੀ ਬਹੁਤੀ ਕੋਈ ਸਮੱਸਿਆ ਨਹੀਂ ਹੈਗੀ। ਪਰ ਹਰਿਆਣੇ ਦੀ ਜਾਂ ਰੇਨਫੈਡ ਏਰੀਆ ਉਹਦੀ ਸਮੱਸਿਆ ਹੈਗੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ, ਉੱਤਰਾਖੰਡ ਦੀ ਸਮੱਸਿਆ ਹੈ, ਰਾਜਸਥਾਨ ਦੀ ਸਮੱਸਿਆ, ਹੋਰ ਬੜੇ ਰਾਜਾਂ ਦੀ ਸਮੱਸਿਆ ਹੈ। ਥੋੜ੍ਹਾ MSP ਦਾ ਪਹਿਲੂ ਹੈਗਾ, ਇਹ ਪਹਿਲੂ ਹਲੇ ਇਹ ਮਸਲਾ ਹੱਲ ਨਹੀਂ ਹੋਇਆ। ਜੇ MSP 23 ਫਸਲਾਂ ਦੇ ਅਨਾਉਂਸ ਹੁੰਦੇ, ਜਿਵੇਂ ਕਿ ਆਪਾਂ ਮੰਗ ਕਰ ਰਹੇ ਹਾਂ, ਪੰਜਾਬ ਵਾਲੇ ਮੰਗ ਕਰ ਰਹੇ, ਤਾਂ ਸਾਡੀ ਬਹੁਤ ਵੱਡੀ ਸਮੱਸਿਆ ਹੱਲ ਹੋਏਗੀ। ਕਿਵੇਂ ਹੋਏਗੀ? ਸਾਡਾ ਪੈਡੀ ਥੱਲੇ ਰਕਬਾ ਅਸੀਂ ਘਟਾਉਣ ਵਿੱਚ ਸਫਲ ਹੋਵਾਂਗੇ, ਸਾਡੇ ਦਾਲਾਂ ਵਿੱਚ ਲੱਗ ਜਾਣਗੀਆਂ, ਸਾਡੇ ਐਡੀਬਲ ਆਇਲ ਜਿਹੜਾ ਹੈਗੇ ਨੇ, ਸਰਸੋਂ ਵਗੈਰਾ ਹੋਰ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਣਗੀਆਂ, ਅਸੀਂ ਆਪਣਾ ਏਰੀਆ ਉੱਧਰ ਡਿਵਰਟ ਕਰ ਲਾਂਗੇ। ਤਾਂ ਸਾਡਾ ਜਿਹੜਾ ਧਰਤੀ ਥੱਲੇ ਪਾਣੀ
ਜਾ ਰਿਹਾ ਥੱਲੇ, ਉਹ ਸਾਡੀ ਪ੍ਰੋਬਲਮ ਹੱਲ ਹੋ ਜਾਏਗੀ। ਜਿਹੜੀ ਪੈਡੀ ਜਲਾਉਣ ਦਾ ਮਸਲਾ ਹੈਗਾ, ਜਿਹੜਾ ਪੈਡੀ ਸਟਬਲ, ਉਹ ਸਾਡੀ ਮਸਲਾ ਹੱਲ ਹੋ ਜਾਏਗਾ। ਬਾਕੀ ਉੱਤਰਾਖੰਡ ਦੀ, ਉੱਤਰ ਪ੍ਰਦੇਸ਼ ਦੀ ਤਾਂ ਮੰਗ ਇਹ ਹੈ ਕਿ ਉਹਨਾਂ ਨਾਲੋਂ ਬਿੱਲਾਂ ਨਾਲੋਂ ਜ਼ਿਆਦਾ ਉਹਨਾਂ ਦੀ ਵੱਡੀ ਮੰਗ ਇਹ ਸੀ। ਅਸੀਂ ਹੁਣ ਇਹ ਨਹੀਂ ਹੋ ਸਕਦਾ ਕਿ ਜੇ ਉੱਤਰਾਖੰਡ ਸਾਡੇ ਨਾਲ ਖੜਾ ਰਿਹਾ, ਉੱਤਰ ਪ੍ਰਦੇਸ਼ ਸਾਡੇ ਨਾਲ ਖੜਾ ਰਿਹਾ, ਅਸੀਂ ਹੁਣ ਮੌਕੇ 'ਤੇ ਭੱਜਾਈਏ, ਇਹ ਗੱਲ ਨਹੀਂ ਪੁੱਗਦੀ। ਤਾਂ ਸਾਡੇ ਕਿਸਾਨਾਂ ਨੇ, ਜਿਹੜੇ ਪੰਜਾਬ ਦੇ ਕਿਸਾਨ ਆ, ਉਹ ਠੀਕ ਫੈਸਲਾ ਲਿਆ ਕਿ ਜਿੰਨਾ ਚਿਰ MSP ਦਾ ਇੱਕ ਪਾਸਾ ਨਹੀਂ ਹੋ ਜਾਂਦਾ, ਅਸੀਂ ਉਹਨਾਂ ਚਿਰ ਉੱਥੋਂ ਨਹੀਂ ਜਾਵਾਂਗੇ। ਇਸ ਤੋਂ ਬਾਅਦ ਬਿਜਲੀ ਸੋਧ ਬਿੱਲ ਹੈ ਜਿਹੜਾ ਨਵਾਂ ਆ ਰਿਹਾ, ਉਹਦੇ 'ਚ ਉਹ ਬੜਾ ਖਤਰਨਾਕ ਬਿੱਲ ਹੈਗਾ, ਉਹ ਵੀ ਕਿਸਾਨ ਚਾਹੁੰਦੇ ਆ ਕਿ ਇਹਦਾ ਰੱਦ ਹੋਵੇ ਪੂਰੀ ਤਰ੍ਹਾਂ। ਇਸ ਤੋਂ ਬਿਨਾਂ ਪਰਾਲੀ ਦਾ ਜੁਰਮਾਨੇ ਵਾਲਾ ਇਸ਼ੂ ਹੈਗਾ, ਉਹ ਹਲੇ ਖੜਾ ਉਵੇਂ ਪ੍ਰੋਪਰਲੀ ਹੱਲ ਨਹੀਂ ਹੋਇਆ, ਉਹ ਵੀ ਮਸਲਾ ਇੱਕ ਹੈਗਾ ਜਿਹਦੇ ਵਿੱਚ ਕਿਹਾ ਸੀ ਕਰੋੜ ਤੱਕ ਜੁਰਮਾਨਾ ਹੋ ਸਕਦਾ। ਉਹ ਕਹਿੰਦੇ ਕਿਸਾਨ ਨੂੰ ਬਾਹਰ ਕਰ ਦਾਂਗੇ, ਪਰ ਬਾਹਰ ਨਹੀਂ ਕੀਤਾ, ਉਹ 'ਚ ਲਿਖਤਾ ਕਿ ਜੇ ਹੋਵੇ ਤਾਂ ਜੁਰਮਾਨਾ ਹੋ ਸਕਦਾ, ਹਾਂ। ਉਹ ਜਿਹੜਾ ਮਤਲਬ ਉਹ ਇੱਕ ਮਸਲਾ ਉਹਦੀ ਸ਼ੋਧ ਹੈ, ਉਹ ਹੋਣੀ ਬਾਕੀ ਹੈ। ਇਸ ਤੋਂ ਬਾਅਦ ਲਖੀਮਪੁਰ ਵਾਲਾ ਮਸਲਾ ਹੈਗਾ ਜੀ, ਲਖੀਮਪੁਰ ਵਾਲਾ ਮਸਲਾ ਵੀ ਹੱਲ ਨਹੀਂ ਆਇਆ। ਕਿਸਾਨ ਮੰਗ ਕਰ ਰਹੇ ਨੇ ਕਿ ਜਿਹੜਾ ਉਹ ਹੁਣ ਤਾਂ ਇਹ ਸਾਬਤ ਹੋ ਗਿਆ ਨਾ, ਫਾਇਰਿੰਗ ਹੋਈ ਹੈ, ਗੋਲੀ ਚੱਲੀ ਹੈ। ਇੱਕ ਤਾਂ ਉਹ ਬੰਦੇ ਦੀ ਜੀਪ ਹੈ, ਮੰਤਰੀ ਦੀ ਜਿਹੜੀ ਜੀਪ ਉੱਥੇ ਯੂਜ਼ ਕੀਤੀ ਗਈ ਹੈ ਉਹਦੀ ਹੈ। ਫਿਰ ਉੱਥੇ ਰਾਫਲ ਜਿਹੜੀ ਵਰਤੀ ਗਈ ਉਹਨਾਂ ਦਾ ਹਥਿਆਰ ਹੈ। ਫਿਰ ਉਹ ਚੱਲਿਆ, ਇਹ ਵੀ ਸਾਬਤ ਹੋ ਗਿਆ। ਪਹਿਲਾਂ ਅੰਦਾਜ਼ਾ ਦੱਸਣ ਵੀ ਪਹਿਲਾਂ ਕਦੋਂ ਚੱਲਿਆ ਸੀ, ਹੈ ਨਾ। ਸੋ ਇਸ ਕਰਕੇ ਉਹਦਾ ਜਿਹੜਾ ਮੰਤਰੀ ਦਾ ਅਸਤੀਫੇ ਦੀ ਗੱਲ ਹੈ। ਸੋ ਇਹ 4-5 ਮਸਲੇ ਹੈਗੇ ਜਿਹੜੇ ਕਿ ਹਜੇ ਵੀ ਖੜ੍ਹੇ ਨੇ, ਜਿਨ੍ਹਾਂ ਚਿਰ ਕਲੈਰੀਫਿਕੇਸ਼ਨ ਨਹੀਂ ਆ ਜਾਂਦੀ ਜਾਂ ਉਹਨਾਂ ਬਾਰੇ ਸਰਕਾਰ ਕੋਈ ਆਪਣਾ ਵਾਅਦਾ ਨਹੀਂ ਕਰ ਲੈਂਦੀ, ਮੇਰਾ ਖਿਆਲ ਹੈ ਕਿ ਉਹਨਾਂ ਚਿਰ ਕਿਸਾਨ ਨਹੀਂ ਉੱਠਣਗੇ। ਸਭ ਤੋਂ ਵੱਡਾ ਤਾਂ MSP ਦਾ ਤੁਹਾਨੂੰ ਮੈਂ ਕਹੀ ਦਿੱਤਾ ਕਿ ਆਪਾਂ ਜਿਹੜੀ ਕਿਸਾਨਾਂ ਨੇ ਮੰਗੀ ਲੀਗਲ ਗਰੰਟੀ ਮੰਗੀ ਹੈ, ਉਹ ਲੀਗਲ ਗਰੰਟੀ ਵਾਂਗ ਕਮੇਟੀ ਬਣਦੀ ਹੈ। ਕਮੇਟੀ ਕਿੰਨੇ ਦੇਰ 'ਚ ਰਿਪੋਰਟ ਦੇਗੀ, ਉਹਦਾ ਸਮਾਂ ਉਹਨੂੰ ਇੰਪਲੀਮੈਂਟ ਕਰਨ ਵਾਲੀ ਕਿਹੜੀ ਏਜੰਸੀ ਹੋਏਗੀ, ਉਹਦੇ 'ਚ ਸਟੇਟਾਂ ਦਾ ਕੀ ਰੋਲ ਹੋਏਗਾ, ਹਾਂ ਕੇਂਦਰ ਦਾ ਕੀ ਰੋਲ ਹੋਏਗਾ, ਹਾਂ। ਸੋ ਇਹ ਸਾਰਾ ਕੁਛ ਕੁੱਲ ਮਿਲਾ ਕੇ ਕਿਹੜਾ ਹੈਗਾ ਇੱਕ ਮਸਲਾ, ਵੱਡਾ ਮਸਲਾ ਹਾਲੇ ਖੜਾ ਹੈਗਾ, ਜਿਹੜਾ ਕਿ ਪੰਜਾਬ ਲਈ ਵੀ ਉਨੀ ਮਹੱਤਵਪੂਰਨ ਹੈ ਜਿੰਨਾ ਯੂਪੀ ਲਈ ਹੈ। ਕਿਉਂਕਿ ਜੇ ਡਾਇਵਰਸੀਫਿਕੇਸ਼ਨ ਅਸੀਂ ਕਰਨੀ ਹੈ, ਜਿਹੜੀ ਕਿ ਸਾਡੀ ਲੋੜ ਆ, ਹੁਣ ਲੋੜ ਹੈ, ਜਿਹੜੀ ਕਿ ਪੰਜਾਬ ਤੇ ਹਰਿਆਣਾ ਦੀ ਬਹੁਤ ਲੋੜ ਹੈ, ਜੀ ਤੋਂ ਅਸੀਂ ਬਚ ਨਹੀਂ ਸਕਦੇ, ਪੰਜਾਬ ਤੇ ਹਰਿਆਣਾ ਇਹ ਤੋਂ ਬਚ ਨਹੀਂ ਸਕਦੇ। ਤੇ ਇਸ ਕਰਕੇ MSP ਜਿਹੜੀ 23 ਚੀਜ਼ਾਂ ਦੀ ਲਾਗੂ ਹੁੰਦੀ ਹੈ, ਜਿਹੜੀ ਕਿ ਕਰਾਉਣੀ ਚਾਹੀਦੀ ਹੈ, ਤੇ ਉਹ ਉਸ ਨਾਲ ਕੀ ਹੁੰਦਾ, ਮੇਰਾ ਖਿਆਲ ਹੈ ਕਿ ਸਾਡਾ ਬਹੁਤ ਫਾਇਦਾ ਹੋਏਗਾ ਤੇ ਕਿਸਾਨ ਉਸ ਮੰਗ ਤੇ ਵੀ ਅੜੇ ਹੋਏ ਨੇ। ਤੇ ਇਹਦੇ ਵਿੱਚ ਇੱਕ ਮੰਗਾਂ ਦੋ ਹੋਰ ਅਹਿਮ ਖੜੀਆਂ ਨੇ। ਇੱਕ ਤਾਂ ਜਿਹੜੇ ਸ਼ਹੀਦ ਹੋਏ ਨੇ ਸਾਡੇ ਕਿਸਾਨ ਜੀ, ਉਹਨਾਂ ਦੇ ਪਰਿਵਾਰਾਂ ਦਾ ਹੈ ਨਾ, ਕਿ ਕਿਵੇਂ ਸਾਂਭ ਸੰਭਾਲ ਕਰਨਾ, ਉਹ ਮੁੱਦਾ ਵੀ ਸ਼ਾਮਿਲ ਹੈ। ਤੇ ਇੱਕ ਜਿਹੜੇ ਜਿਨ੍ਹਾਂ ਤੇ ਪਰਚੇ ਦਰਜ ਨੇ ਜਾਂ ਜਿਨ੍ਹਾਂ ਦੀ ਚੀਜ਼ਾਂ ਜ਼ਬਤ ਨੇ ਕਿਸੇ ਵੀ ਸੂਬੇ 'ਚ, ਦਿੱਲੀ 'ਚ, ਹਰਿਆਣਾ 'ਚ, ਯੂਪੀ 'ਚ, ਕਿਤੇ ਵੀ, ਇੱਕੋ ਮਸਲਾ ਕਿ ਇਹ ਦੋ ਮਸਲੇ ਵੀ ਹਮੇਸ਼ਾ ਅੰਦੋਲਨ ਦੇ ਨਾਲ ਇੱਦਾਂ ਹੀ ਹੁੰਦਾ। ਜਦੋਂ ਕਿਸੇ ਮਸਲੇ 'ਤੇ ਅੰਦੋਲਨ ਸਹਿਮਤੀ ਬਣਦੀ ਹੈ ਤਾਂ ਉਹ ਸਾਰੇ ਮਾਮਲੇ ਉਹਦੇ ਨਾਲ ਦੇ ਪੁਰਾਣੇ ਖਤਮ ਹੁੰਦੇ ਨੇ। ਕਿ ਉਸ ਪਹਿਲ ਕਦਮੀ ਦੀ ਵੀ ਇੱਕ ਕਾਰਨ ਹੈ ਕਿ ਬੈਠਣਾ ਜੇ ਕਿ ਬਰਕਰਾਰ। ਨਹੀਂ ਦੇਖੋ, ਕੁਛ ਤਾਂ ਵਕਤੀ ਮਸਲੇ ਹੁੰਦੇ ਨੇ। ਕੇਸ ਆਮ ਤੌਰ 'ਤੇ ਇਹ ਹੁੰਦਾ ਵੀ ਜਦੋਂ ਕੋਈ ਅੰਦੋਲਨ ਖਤਮ ਹੁੰਦਾ ਜਾਂ ਗਵਰਨਮੈਂਟ ਨਾਲ ਸਮਝੌਤਾ ਹੋ ਜਾਂਦਾ, ਉਹਦੇ ਨਾਲ ਹੀ ਤਕਰੀਬਨ ਇਹ ਪਾਰਟ ਆਫ ਇੱਕ ਅੰਡਰਸਟੈਂਡਿੰਗ ਹੀ ਹੁੰਦਾ ਹੈ ਅਕਸਰ ਕਿ ਇਹ ਕੇਸ ਰਫਾ ਹੁੰਦੇ ਨੇ, ਜਾਂ ਪੁਲਿਸ ਉਹਦੇ ਕਾਰਵਾਈ ਨਹੀਂ ਕਰਦੀ। ਆਮ ਤੌਰ 'ਤੇ ਦੇਖਿਆ ਹੁੰਦਾ ਕੋਈ ਡੈੱਡ ਹੋ ਜਾਂਦੇ ਨੇ, ਪਰ ਉਹਨਾਂ ਨੂੰ ਕਾਗਜ਼ਾਂ 'ਚੋਂ ਕਢਾਉਣਾ ਬਹੁਤ ਜ਼ਰੂਰੀ ਹੈ। ਉਹ ਬਹੁਤ ਜ਼ਰੂਰੀ ਹੈ। 5 ਸਾਲ ਨਹੀਂ, ਅੱਜ ਕੱਲ੍ਹ ਕਿਸੇ ਨੇ ਪਾਸਪੋਰਟ ਬਣਾਉਣਾ, ਕੱਲ੍ਹ ਨੂੰ ਕਿਸੇ ਨੇ ਬਾਹਰ ਜਾਣਾ, ਜਾਂ ਕੱਲ੍ਹ ਨੂੰ ਕਿਸੇ ਨੇ ਕੋਈ ਹੋਰ ਕੰਮ ਕਰਨਾ, ਉਹਦੀ ਇਨਕੁਆਇਰੀ ਆ ਜਾਏ। ਜਦੋਂ ਇੰਟੈਲੀਜੈਂਸ ਤੋਂ ਕਲੀਅਰੈਂਸ ਹੋਏਗੀ ਉਹਦੀ, ਤਾਂ ਉਹ 'ਤੇ ਲਿਖਿਆ ਜਾਏਗਾ ਵੀ ਇਹਦੇ ਖਿਲਾਫ ਤਾਂ ਪਰਚਾ ਦਰਜ ਹੈ ਜੀ। ਇਹ ਇੱਕ ਬਹੁਤ ਵੱਡਾ ਮੁੱਦਾ। ਇਸ ਕਰਕੇ ਉਹਨੂੰ ਰੱਦ ਕਰਾਉਣਾ, ਉਹਨੂੰ ਵਿਡਰਾ ਕਰਾਉਣਾ ਇੱਕ ਟੈਕਨੀਕਲੀ ਜਾਂ ਲੀਗਲੀ ਇਹ ਜ਼ਰੂਰੀ ਹੈਗਾ। ਦੂਜਾ ਮੇਰਾ ਖਿਆਲ ਕਿ ਜਿਹੜੇ ਆਪਾਂ ਸ਼ਹੀਦ ਪਰਿਵਾਰ ਜਿਹੜੇ ਕਹਿੰਦੇ ਆਪਾਂ, ਜਿਹੜੇ ਸ਼ਹੀਦ ਕਿਸਾਨ ਹੋਏ ਨੇ, ਉਹਨਾਂ ਵਾਸਤੇ ਕੋਈ ਟਰਸਟ ਬਣਾਉਣਾ ਹੈ, ਜਾਂ ਉਹਨਾਂ ਵਾਸਤੇ ਕੋਈ ਆਫੀਸ਼ੀਅਲ ਗੌਰਮੈਂਟ ਨੂੰ ਕਹਿਣਾ ਕਿ ਬੋਡੀ ਬਣਾਓ, ਜਾਂ ਕੀ ਕਰਨਾ, ਸਿਸਟਮ ਕੀ ਬਣਾਉਣਾ ਹੈਗਾ, ਉਹ ਵੀ ਦੇਖਣਾ ਪਏਗਾ। ਹਾਲਾਂਕਿ ਪੰਜਾਬ ਸਰਕਾਰ ਨੇ 5-5 ਲੱਖ ਰੁਪਇਆ ਨਾਲ ਐਲਾਨ ਕੀਤਾ ਹੋਇਆ, ਉਹਨਾਂ ਦੇ ਪਰਿਵਾਰਾਂ ਨੂੰ ਇੱਕ ਨੌਕਰੀ ਵੀ ਦੇਣ ਦਾ ਫੈਸਲਾ ਕੀਤਾ ਹੈ। 3-3 ਲੱਖ ਰੁਪਇਆ ਤੁਹਾਨੂੰ ਪਤਾ ਵੀ ਤੇਲੰਗਾਨਾ ਦੀ ਸਰਕਾਰ ਨੇ ਵੀ ਬਹੁਤ ਵੱਡਾ ਕਦਮ ਆ ਉਹਨਾਂ ਵੱਲੋਂ ਵੀ ਕਰਨਾ। ਉਹਨਾਂ ਨੇ ਵੀ ਬਹੁਤ ਵੱਡੀ ਇੱਕ ਮੇਰਾ ਖਿਆਲ ਪਹਿਲ ਕਦਮੀ ਦਿਖਾਈ ਹੈ। ਹੋ ਸਕਦਾ ਹੈ ਕਿ ਹੁਣ ਵੈਸਟ ਬੰਗਾਲ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ, ਜਦੋਂ ਕਿ ਉਹਨਾਂ ਸੂਬਿਆਂ ਦਾ ਸ਼ਾਇਦ ਮਤਲਬ ਕਿ ਉਸ ਗਿਣਤੀ ਸ਼ਹੀਦ ਵੀ ਨਹੀਂ ਹੈਗੇ ਉਸ ਸੂਬਿਆਂ ਨਾਲ ਸੰਬੰਧ, ਪਰ ਇਹ ਦੇਸ਼ ਤੋਂ ਉੱਪਰ ਉੱਠ ਕੇ, ਇਸ ਜਾਤ ਫਿਰਕੇ ਤੋਂ ਉੱਪਰ ਉੱਠ ਕੇ, ਸੂਬੇ ਦੀ ਹੱਦਬੰਦ ਉੱਪਰ ਉੱਠ ਕੇ ਫੈਸਲਾ। ਸੋ ਇਹ ਸਿਆਣਪ ਵਾਲਾ, ਜਿਵੇਂ ਪੰਜਾਬ ਨੇ ਵੀ ਲਖੀਮਪੁਰ ਖੀਰੀ ਵਾਲੇ ਮਾਮਲੇ 'ਚ ਬਹੁਤ ਪਹਿਲ ਦਿਖਾਈ ਸੀ। ਦੇਖੋ ਮਤਲਬ ਵੀ ਸੂਬਾ ਬੇਸ਼ੱਕ ਉਹ ਚਲੋ ਹੁਣ ਐਡੀ ਵੱਡੀ ਕਿਸਾਨੀ ਉੱਥੇ ਨਹੀਂ, ਛੋਟੀ ਕਿਸਾਨੀ ਹੈ, ਪਰ ਉਹ ਕਿਸਾਨ ਅੰਦੋਲਨਾਂ 'ਚ ਉੱਥੇ ਮੋਹਰੀ ਰਿਹਾ ਬਹੁਤ, ਜਿਹੜੀ ਖਾਸ ਕਰਕੇ ਲੈਫਟ ਹੈ ਨਾ, ਜਿਹੜਾ ਰੈੱਡ ਲੈਫਟ ਹੈ ਜਿਹਨੂੰ ਕਹਿੰਦੇ ਆਪਾਂ, ਜਿਹੜਾ ਲਾਲ ਝੰਡਾ ਬਰਦਾਰ, ਐਕਸਟ੍ਰੀਮ ਜਿਹੜੇ ਵਾਲੇ ਨੇ, ਉਹਦਾ ਜਨਮ ਭੂਮੀ ਉਹ ਤੇਲੰਗਾਨਾ ਦੇ ਅੰਦਰ ਹੀ ਹੈ। ਜਿਹੜੀ ਇਹ ਨਕਸਲਾਈਟ ਮੂਵਮੈਂਟ ਸ਼ੁਰੂ ਹੋਈ, ਜਾਂ ਪਹਿਲਾਂ ਹੋਈ ਤਾਂ ਬੰਗਾਲ ਤੋਂ ਸ਼ੁਰੂ ਸੀ, ਪਰ ਜਿਹੜੀ ਪਸਰੀ ਉੱਥੇ ਜਿਹੜੀ ਫੈਲੀ, ਇਹ ਉੱਥੋਂ ਦੀ ਹੈਗੀ। ਉੱਥੇ ਵੀ ਕਿਸਾਨ ਜਿਹੜੇ ਹੈਗੇ ਨੇ ਸਮੇਂ ਸਿਰ ਅੰਦੋਲਨ ਕਰਦੇ ਰਹੇ ਨੇ, ਭਾਵੇਂ ਕਿ ਛੋਟੇ ਸਕੇਲ ਦੇ ਕਰਦੇ ਨੇ। ਇਸ ਕਰਕੇ ਕਿਸਾਨੀ ਨਾਲ ਉਹ ਸੂਬੇ ਵੀ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਨੇ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਏਰੀਏ ਵਿੱਚ
ਮੈਂ ਤੁਹਾਨੂੰ ਦੱਸਾਂ ਵੀ ਉੱਥੇ ਕਪਾਹ ਦੀ ਫਸਲ ਬਹੁਤ ਅੱਛੀ ਹੁੰਦੀ ਹੈ। ਸੁਈਸਾਈਡ ਦਾ ਜਿਹੜਾ ਮਸਲਾ ਹੈਗਾ, ਜਿੰਨਾ ਸਾਡੇ ਪੰਜਾਬ 'ਚ ਪ੍ਰਚਲਿਤ ਹੈ ਜਾਂ ਭਾਰੂ ਹੈ, ਉਨੇ ਉੱਥੇ ਆਂਧਰਾ 'ਚ ਹੈ। ਉੱਥੇ ਬਹੁਤ ਸੁਈਸਾਈਡ ਕਿਸਾਨਾਂ ਨੇ ਕੀਤੇ ਹੈਗੇ ਨੇ। ਮਹਾਰਾਸ਼ਟਰ ਦੇ ਕੁਛ ਵਿਦਰਭਾ ਏਰੀਏ 'ਚ ਅਤੇ ਆਂਧਰਾ ਵਾਲੇ ਏਰੀਏ 'ਚ ਉੱਥੇ ਵੀ ਸੁਈਸਾਈਡ ਹੁੰਦੇ ਨੇ। ਇਸ ਕਰਕੇ ਮੇਰਾ ਖਿਆਲ ਹੈ ਕਿ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਹੈਗੇ, ਉਹਨਾਂ ਨੇ ਸੋਚਿਆ ਕਿ ਇਸ ਵੇਲੇ ਜੇ ਮੈਂ ਆਪਣੇ ਰਾਜ ਦੇ ਕਿਸਾਨਾਂ ਦੀ ਸਿੰਪਤੀ ਜਿੱਤਣੀ ਹੈ ਜਾਂ ਉਹਨਾਂ ਦੀ ਹਮਾਇਤ ਲਾਉਣੀ ਹੈ, ਤਾਂ ਮੈਨੂੰ ਚਾਹੀਦਾ ਕਿ ਮੈਂ ਕਹਿੰਦਾ ਜਿਹੜੇ ਕਿਸਾਨ ਅੰਦੋਲਨ ਕਰ ਰਹੇ ਸੀ ਉਹਨਾਂ ਦੇ ਹੱਕ ਵਿੱਚ ਭੁਗਤਾਂ। ਪਰ ਪੰਜਾਬ ਕੁਛ ਹੋਰ ਵੀ ਸੋਚਦਾ ਧਾਲੀਵਾਲ ਸਾਹਿਬ। ਪੰਜਾਬ ਇਸ ਕਿਸਾਨ ਅੰਦੋਲਨ 'ਚੋਂ, ਇਸ ਜਿੱਤ ਤੋਂ ਬਾਅਦ ਹੁਣ ਰਾਜਨੀਤਿਕ ਬਦਲ ਦੀ ਜਿੱਤ ਵੀ ਭਾਲਦਾ ਹੈ। ਉਹ ਚਾਹੁੰਦਾ ਕਿ ਰਵਾਇਤੀ ਪਾਰਟੀਆਂ ਨੂੰ ਛੁਟਕਾਰਾ ਮਿਲ ਜਾਵੇ, ਸਾਡੇ ਕਿਸਾਨ ਵਿਧਾਨ ਸਭਾ 'ਚ ਬੈਠਣ ਜਾਂ ਸੂਝਵਾਨ ਲੋਕ ਵਿਧਾਨ ਸਭਾ 'ਚ ਪਹੁੰਚਣ, ਰਵਾਇਤੀ ਲੁਟੇਰੇ, ਰਾਜਨੀਤਿਕ ਲੁਟੇਰਿਆਂ ਦੇ ਚਿਹਰੇ ਲਾਂਭੇ ਹੋਣ। ਕੀ ਇਸ ਵੱਲ ਜਥੇਬੰਦੀਆਂ ਨੂੰ ਵਧਣਾ ਚਾਹੀਦਾ, ਜਾਂ ਉਹ ਪ੍ਰੈਸ਼ਰ ਗਰੁੱਪ ਦੇ ਰੂਪ 'ਚ ਰਹਿਣ ਕਿ ਸਰਕਾਰ ਜਿਹਦੀ ਵੀ ਆਏ ਉਹਨੂੰ ਇੱਕ ਡਰ ਹੋਵੇ ਕਿ ਬਾਹਰ ਇੱਕ ਵਿਰੋਧੀ ਧਿਰ ਵੀ ਹੈਗੀ, ਅੰਦਰ ਦੀ ਬਜਾਏ ਇੱਕ ਬਾਹਰ, ਕਿ ਉਸ ਭੂਮਿਕਾ 'ਚ ਰਹਿਣ? ਤੁਸੀਂ ਪੱਤਰਕਾਰੀ ਦਾ ਬਹੁਤ ਤਜਰਬਾ ਹੈ ਅਤੇ ਇਹਨਾਂ ਅਜਿਹੇ ਅੰਦੋਲਨਾਂ ਨੂੰ ਤੁਸੀਂ ਲੰਬੇ ਸਮੇਂ ਤੋਂ ਦੇਖਦੇ ਆਏ ਹੋ, ਤੁਸੀਂ ਕਿਸ ਨਜ਼ਰੀਏ ਤੋਂ ਸੋਚੋਗੇ? ਦੇਖੋ, ਫੋਰਮ ਕੋਈ ਵੀ ਹੋਵੇ, ਭਾਵੇਂ ਬਾਹਰ ਬਹਿ ਕੇ ਹੋਵੇ ਅਤੇ ਭਾਵੇਂ ਅੰਦਰ ਰਹਿ ਕੇ ਹੋਵੇ, ਪਰ ਪੰਜਾਬ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਹ ਇਸ ਵੇਲੇ ਸਟਿੰਕ ਕਰ ਰਿਹਾ ਹੈ। ਜਿਵੇਂ ਕਈ ਵਾਰੀ ਟੋਬੇ ਦਾ ਖੜਾ ਪਾਣੀ ਸਟਿੰਕ ਕਰਨ ਲੱਗ ਜਾਂਦਾ ਨਾ, ਜੋ ਮੁਸ਼ਕ ਸਮੈਲ ਆਉਣੀ ਚਾਹੀਦੀ, ਕੋਲ ਦੀ ਲੰਘਣਾ ਔਖਾ ਹੋ ਜਾਂਦਾ। ਇਸ ਵੇਲੇ ਪੰਜਾਬ ਦੀ ਰਾਜਨੀਤੀ ਇੰਨੀ ਗੰਦੀ ਹੋ ਚੁੱਕੀ ਹੈ, ਇੰਨੀ ਮਾੜੀ ਹੋ ਚੁੱਕੀ ਹੈ ਕਿ ਉਹਦੇ ਕੋਲ ਦੀ ਵੀ ਲੰਘਣਾ ਔਖਾ ਹੈ, ਪਰ ਜੋ ਸਮੈਲ ਆਉਂਦੀ ਹੈ, ਮੁਸ਼ਕ ਆਉਂਦੀ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਪੰਜਾਬ ਨੂੰ ਥੱਲੇ ਲਾਇਆ ਨਾ ਲੋਕਾਂ ਨੇ, ਜਿਸ ਤਰ੍ਹਾਂ ਨੇ ਪੰਜਾਬ ਦੀ ਬਰਬਾਦੀ ਕੀਤੀ ਹੈ। ਨੰਬਰ 1 ਸਟੇਟ, ਨੰਬਰ ਮਤਲਬ ਕਿ ਉਹ 11ਵੇਂ 12ਵੇਂ ਨੰਬਰ 'ਤੇ ਪਰ ਕੈਪੀਟਲ ਇਨਕਮ ਚਲੀ ਗਈ। ਉਹਦੀ ਸਲੋਐਸਟ ਗਰੋਥ ਹੋ ਰਹੀ ਹੈ, ਉਹਦੀ ਗਰੋਥ ਸਭ ਤੋਂ ਇਸ ਵੇਲੇ ਦੇਸ਼ ਵਿੱਚ ਸਭ ਪਿੱਛੇ ਹੈ। ਕਰਜ਼ਾ ਵੱਧਦਾ ਜਾ ਰਿਹਾ ਹੈ, ਕਰਜ਼ਾ ਹੋਰ ਲੈ ਰਹੇ ਹੋ। ਆਹ ਥੋੜ੍ਹੇ ਦਿਨ ਪਹਿਲਾਂ ਇੱਕ ਅਮੈਂਡਮੈਂਟ ਹੋਈ ਹੈ, ਬਿੱਲ ਪਾਸ ਕੀਤਾ ਹੈ ਕਿ ਕਰਜ਼ਾ ਸਾਨੂੰ ਵਧਾਉਣ ਦੀ 4% GDP ਦਾ ਕੀਤਾ ਜਾਵੇ। ਸੋ ਮਤਲਬ ਵੀ ਜਿਸ ਤਰ੍ਹਾਂ ਸਾਡੀ ਬਰਬਾਦੀ ਕੀਤੀ ਹੈ, ਮੇਰਾ ਖਿਆਲ ਹੈ ਕਿ ਟਰੈਡੀਸ਼ਨਲ ਪਾਰਟੀਆਂ ਦਾ ਜਿਹੜਾ ਮੈਕਸੀਮਮ ਹਿੱਸਾ ਹੈ ਉਹਦਾ ਬੇੜਾ ਗਰਕ ਹੋ ਚੁੱਕਿਆ। ਠੀਕ ਹੈ ਵੀ ਉਹਨਾਂ 'ਚ ਕੋਈ ਇੱਕਾ ਦੁੱਕਾ 2-4 ਪੋਲੀਟੀਸ਼ੀਅਨ, ਵਿਅਕਤੀ ਠੀਕ ਹੋ ਸਕਦਾ, ਵਿਅਕਤੀ ਠੀਕ ਨੇ, ਪਾਰਟੀਆਂ ਠੀਕ ਨਹੀਂ, ਪਰ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸਮੁੱਚੀ ਪਹੁੰਚ ਹੈ ਉਹ ਬਹੁਤ ਮਤਲਬ ਵੀ ਰਾਜ ਸੂਬਾ ਮਾਰੂ ਹੈ। ਹੁਣ ਨਵਾਂ ਢੰਗ ਜਿਹੜਾ ਪੋਲੀਟੀਕਲ ਬੰਦਿਆਂ ਨੇ ਫੜ ਲਿਆ ਕਿ ਆਹ ਵੀ ਫਰੀ ਕਰ ਦਿਓ ਜੀ, ਉਹ ਵੀ ਫਰੀ ਕਰ ਦਿਓ ਜੀ, ਜ਼ਿੰਮੇਵਾਰੀ ਕੋਈ ਹੈ ਨਹੀਂ। ਖਜ਼ਾਨਾ ਖਾਲੀ ਕਰਕੇ ਜਾਓ, ਮੁੜ ਕੇ ਨਵੀਂ ਸਰਕਾਰ ਆਏਗੀ, ਉਹ ਕਹੇਗੀ ਜੀ ਪੁਰਾਣੇ ਖਜ਼ਾਨਾ ਖਾਲੀ ਕਰ ਗਏ, ਅਸੀਂ ਤਾਂ ਹੁਣ ਹੈ ਨਹੀਂ ਕੁਛ। ਫਿਰ ਉਹ 4 ਸਾਲ ਇਹੀ ਰੌਲਾ, 5ਵੇਂ ਸਾਲ ਫਿਰ 4 ਸਾਲ ਉਹ ਇਹੀ ਰੌਲਾ ਪਾਉਂਦੇ ਰਹਿੰਦੇ ਜੀ ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਭਰਨੇ। ਖਜ਼ਾਨਾ ਭਰੂ ਕਿਵੇਂ? ਖਜ਼ਾਨਾ ਖਾਲੀ ਕਿ ਨਹੀਂ ਕੀਤਾ ਹੈ। ਜੇ ਇਹ ਸਰਕਾਰ ਹੁਣ 5 ਸਾਲ ਹੀ ਆ, ਉਦੋਂ ਪਹਿਲਾਂ ਦੂਜੀ ਅਕਾਲੀਆਂ ਦੀ ਸੀ, ਜੇ ਅਕਾਲੀਆਂ ਤੋਂ ਪਹਿਲਾਂ ਫਿਰ ਖਜ਼ਾਨੇ ਵਾਲੀ ਚਾਬੀ ਇੱਕੋ ਬੰਦੇ ਕੋਲ ਸੀ। ਹਾਂ, ਚਾਬੀਆਂ ਤੁਹਾਡੇ ਕੋਲ ਹੀ ਸੀਗੀਆਂ। ਸੋ ਇਸ ਕਰਕੇ ਮੈਂ ਕਹਿੰਦਾ ਕਿ ਸਾਰਾ ਕੁਝ ਜਿਹੜਾ ਹੈਗਾ ਕਹਿੰਦਾ ਇਹ ਬਦਲਣਾ ਬਹੁਤ ਜ਼ਰੂਰੀ ਹੈ। ਇਸ ਤਲਾਬ ਦਾ ਪਾਣੀ ਬਦਲਣਾ ਜਿਹੜਾ ਹੈਗਾ ਨਾ ਉਹ ਬਹੁਤ ਜ਼ਰੂਰੀ ਹੋ ਗਿਆ ਚੁੱਕਿਆ ਹੈ, ਜਿਹੜਾ ਦੁਸ਼ਯੰਤ ਕੁਮਾਰ ਨੇ ਕਿਹਾ ਨਾ, ਹੈ ਨਾ। ਸੋ ਮਤਲਬ ਵੀ ਸਾਰਿਆਂ ਨੂੰ, ਕਿਸਾਨਾਂ ਨੂੰ, ਕਿਉਂਕਿ ਲੋਕਾਂ ਦਾ ਕਿਸਾਨਾਂ 'ਚ ਵਿਸ਼ਵਾਸ ਬਣਿਆ, ਕਿਸਾਨਾਂ ਨੇ ਇੱਕ ਐਡੀ ਬੜੀ ਜਿੱਤ ਪ੍ਰਾਪਤ ਕੀਤੀ ਹੈ, ਕਿਸਾਨ ਲੀਡਰਸ਼ਿਪ 'ਚ ਵਿਸ਼ਵਾਸ ਬਣਿਆ, ਕਿਸਾਨਾਂ ਦੀ ਜਿਹੜੀ ਸੰਗਠਨ ਸੀ, ਉਹਨਾਂ ਦੀ ਜਿਹੜੀ ਏਕਤਾ ਸੀ, ਉਹਦੇ ਪਰ ਭਰੋਸਾ, ਉਹਦੇ ਵਿੱਚ ਹਾਲਾਂਕਿ ਉਹ ਵਿਚਾਰਧਾਰਾਵਾਂ ਵੱਖਰੀਆਂ ਸੀ, ਪਰ ਜਦੋਂ ਫੈਸਲਾ ਕਰਕੇ ਬਾਹਰ ਨਿਕਲਦੇ ਸੀਗੇ ਉਹ ਫੈਸਲਾ ਇੱਕ ਸੀਗਾ। ਉਦੋਂ ਫਿਰ ਮੁੜ ਕੇ ਉਹਦੇ ਕਿੰਤੂ ਪ੍ਰੰਤੂ ਨਹੀਂ ਕੀਤਾ, ਕਿਸੇ ਨੇ ਕੁਐਸਚਨ ਨਹੀਂ ਉਠਾਇਆ। ਸੋ ਇਹ ਜਿਹੜੀ ਇਹਨਾਂ ਦੀ ਏਕਤਾ ਹੈ, ਜਿਹੜਾ ਇਹਨਾਂ ਦੇ ਸਾਰੇ ਇਕੱਠੇ ਹੋ ਕੇ ਚੱਲੇ ਨੇ, ਉਹ 'ਚੋਂ ਲੋਕਾਂ ਨੂੰ ਇੱਕ ਨਵੀਂ ਆਸ ਵੀ ਵਧੀ ਹੈ ਵੀ ਜਿੱਥੇ ਉਹ ਐਡੀ ਵੱਡੀ ਜਿੱਤ ਪ੍ਰਾਪਤ ਕਰਕੇ ਆਏ ਨੇ, ਉੱਥੇ ਜਿਹੜੀ ਪੰਜਾਬ ਦੀ ਜਿਹੜੀ ਗੰਧਲਾਪਣ ਹੈ, ਜਿਹੜਾ ਸਾਰਾ ਪੰਜਾਬ ਦੀ ਰਾਜਨੀਤੀ ਦਾ ਜਿਹੜਾ ਗੰਧਲਾਪਣ ਹੈ, ਉਹਦੀ ਸਫਾਈ ਕਰਨੀ ਬਣੇ। ਇਹ ਮੌਕਾ ਹੈ, ਇਹ ਮੌਕਾ। ਮੈਂ ਇਹ ਕਹਿਣਾ ਕਿ ਸਭ ਤੋਂ ਇਦੋਂ ਵਧੀਆ ਮੌਕਾ ਕਦੇ ਆਏਗਾ ਨਹੀਂ। ਲੋਕਾਂ 'ਚ ਬੇਚੈਨੀ ਹੈਗੀ, ਲੋਕ ਬਦਲਾਵ ਚਾਹੁੰਦੇ ਨੇ, ਲੋਕ ਚੰਗਾ ਚਾਹੁੰਦੇ ਨੇ। ਮਤਲਬ ਜਦੋਂ ਲੋਕ ਚੰਗਾ ਚਾਹੁੰਦੇ ਹੋਣ, ਲੋਕਾਂ ਦੀ ਨੀਅਤ ਠੀਕ ਹੋਵੇ, ਤਾਂ ਜਿਹੜੇ ਲੋਕ ਉਸ ਚੰਗਾ ਕਰਨ ਵਿੱਚ ਸਹਾਈ ਹੋ ਸਕਦੇ ਆ, ਉਹਨਾਂ ਨੂੰ ਜ਼ਰੂਰ ਕਦਮ ਪੁੱਟਣਾ ਚਾਹੀਦਾ। ਸੋ ਉਹਨਾਂ ਸਹਾਈ ਹੋਣ ਵਾਲਿਆਂ ਨੂੰ ਕਦਮ ਜ਼ਰੂਰ ਪੁੱਟਣਾ ਚਾਹੀਦਾ। ਸੋ ਇਸ ਲਈ ਇਸ ਮੌਕੇ ਆਸ ਵੀ ਹੈ, ਔਰ ਉਹਨਾਂ 'ਚ ਉਹ ਹਿੰਮਤ ਵੀ ਹੈ, ਉਹ ਜਜ਼ਬਾ ਵੀ ਹੈ, ਔਰ ਜਿਹੜਾ ਧਾਲੀਵਾਲ ਸਾਹਿਬ ਨੇ ਕਿਹਾ ਕਿ ਜਿਹੜੇ ਉਹ ਇਕੱਠੇ ਹੋਏ ਨੇ, ਉਸ ਇਕੱਠਿਆਂ 'ਤੇ ਜਿਹੜਾ ਵਿਸ਼ਵਾਸ ਹੈ, ਉਸ ਇਕੱਠੇ ਰਹਿ ਕੇ ਉਹ ਚਾਹੇ ਉਹ ਅੰਦਰ ਜਾ ਕੇ ਤਲਾਬ ਦੇ ਅੰਦਰ ਉਤਰ ਕੇ ਸਾਫ਼ ਕਰਨ, ਚਾਹੇ ਉਹਨੂੰ ਬਾਹਰੋਂ ਸਾਫ਼ ਕਰਨ ਦੀ ਕੋਸ਼ਿਸ਼ ਕਰਨ, ਪਰ ਕਰਨਾ ਪੈਣਾ। ਸੋ ਪੰਜਾਬ ਦੀ ਗੰਧਲੀ ਰਾਜਨੀਤੀ ਨੂੰ ਸਫਾਈ ਕਰਨ ਲਈ, ਉਹਦੀ ਸਾਫ਼ ਸਫਾਈ ਕਰਨੀ, ਉਹਦੀ ਕਾਇਆ ਕਲਪ ਕਰਨ ਲਈ ਜਥੇਬੰਦੀਆਂ ਨੂੰ ਅਤੇ ਉਹਨਾਂ ਦੇ ਨਾਲ ਹੋਰ ਵੱਖ-ਵੱਖ ਧਿਰਾਂ ਨੂੰ ਨਾਲ ਖਲੋਣਾ ਪੈਣਾ। ਸੋ ਦੇਖਦੇ ਹਾਂ ਜਦੋਂ ਅੰਦੋਲਨ ਜਿੱਤ ਦੇ ਰੂਪ 'ਚ ਵਾਪਸ ਆਏਗਾ, ਉਸ ਤੋਂ ਬਾਅਦ ਜਥੇਬੰਦੀਆਂ ਕੀ ਫੈਸਲਾ ਲੈਂਦੀਆਂ ਨੇ, ਉਸ ਪਰ ਨਜ਼ਰ ਰਹੇਗੀ ਅਤੇ ਉਹਨਾਂ ਪਹਿਲੂਆਂ ਨੂੰ ਅਤੇ ਹੋਰ ਵੱਖ-ਵੱਖ ਪਹਿਲੂਆਂ ਨੂੰ ਅਸੀਂ ਇਸ ਚਰਚਾ ਦੇ ਮੁੱਦੇ 'ਚ ਹਾਜ਼ਰ ਕਰਦੇ ਰਹਾਂਗੇ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।